ਅੱਜ ਪਤੀਰੀ ਰੋਟੀ ਦੇ ਪਰਬ ਦੀ ਪਵਿੱਤਰ ਸਭਾ ਹੈ। ਇਹ ਸਾਲ ਦੇ 3 ਵਾਰ ਦੇ 7 ਪਰਬਾਂ ਵਿੱਚੋਂ ਇੱਕ ਹੈ। ਲਗਭਗ 3500 ਸਾਲ ਪਹਿਲਾਂ ਮੂਸਾ ਅਤੇ ਇਜ਼ਰਾਈਲੀਆਂ ਨੇ ਮਿਸਰ ਵਿੱਚ ਪਵਿੱਤਰ ਪਸਾ ਮਨਾਇਆ, ਜਿਸ ਨੇ ਉਹਨਾਂ ਨੂੰ ਗੁਲਾਮੀ ਦੀ ਭੂਮੀ ਤੋਂ ਮੁਕਤ ਕੀਤਾ ਅਤੇ ਕਨਾਨ ਦੇਸ਼ ਵੱਲ ਮਾਰਗ ਖੋਲ੍ਹ ਦਿੱਤਾ। ਲਾਲ ਸਮੁੰਦਰ ਪਾਰ ਕਰਨ ਤੱਕ ਉਹਨਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਪਰਮੇਸ਼ਵਰ ਨੇ ਪਤੀਰੀ ਰੋਟੀ ਦੇ ਪਰਬ ਨੂੰ ਉਸ ਸਮੇਂ ਦੇ ਦੁੱਖ ਦੀ ਯਾਦ ਦਿਲਾਉਣ ਲਈ ਨਿਯੁਕਤ ਕੀਤਾ। ਯੀਸ਼ੂ ਮਸੀਹ ਨੇ ਪਸਾ ਮਨਾਇਆ ਅਤੇ ਅਗਲੇ ਦਿਨ ਪਤੀਰੀ ਰੋਟੀ ਦੇ ਪਰਬ ਦੀ ਅਸਲੀਅਤ ਦੇ ਰੂਪ ਵਿੱਚ ਸਲੀਬ ਉੱਤੇ ਮਰ ਗਏ। ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਉਹਨਾਂ ਨੇ ਪਤੀਰੀ ਰੋਟੀ ਦੇ ਪਰਬ ਨਾਲ ਸੰਬੰਧਿਤ ਸਾਰੀਆਂ ਭਵਿੱਖਬਾਣੀਆਂ ਨੂੰ ਪੂਰਾ ਕੀਤਾ। ਇਸ ਲਈ ਪਤੀਰੀ ਰੋਟੀ ਦਾ ਪਰਬ ਮਸੀਹ ਦੇ ਜੀਵਨ ਅਤੇ ਜਨੂਨ ਨੂੰ ਦੇਖਣ, ਸਾਡੇ ਪਾਪਾਂ ਤੋਂ ਤੋਬਾ ਕਰਨ ਅਤੇ ਮਸੀਹ ਦੇ ਦੁੱਖ ਵਿੱਚ ਭਾਗ ਲੈਣ ਦਾ ਪਰਬ ਹੈ। ਇਸ ਪ੍ਰਕਾਰ ਅਸੀਂ ਕਹਿ ਸਕਦੇ ਹਾਂ ਕਿ ਇਸ ਪਰਬ ਦੇ ਜਿਸ ਭਾਗ ਉੱਤੇ ਸਾਨੂੰ ਸਭ ਤੋਂ ਧਿਆਨ ਦੇਣਾ ਚਾਹੀਦਾ ਹੈ, ਉਹ ਹੈ ਸਲੀਬ ਤੇ ਉਹਨਾਂ ਦਾ ਬਲੀਦਾਨ। ਅੱਜ ਸਾਨੂੰ ਸਿਰਫ ਆਪਣੇ ਦੁੱਖਾਂ ਬਾਰੇ ਨਹੀਂ ਸੋਚਣਾ ਚਾਹੀਦਾ, ਇਸ ਦੇ ਬਜਾਏ ਸਾਨੂੰ ਮਸੀਹ ਦੇ ਜੀਵਨ ਦੇ ਰਸਤੇ ਉੱਤੇ ਚੱਲਣਾ ਚਾਹੀਦਾ ਹੈ। ਜੇਕਰ ਮਸੀਹ ਸਿਰਫ ਖੁਦ ਲਈ ਜਿਉਂਦੇ, ਫਿਰ ਉਹਨਾਂ ਨੂੰ ਸਲੀਬ ਚੁੱਕਣ ਦੀ ਕੋਈ ਲੋੜ ਨਾ ਹੁੰਦੀ। ਉਹਨਾਂ ਨੇ ਆਪਣਾ ਜੀਵਨ ਸਾਡੇ ਪਾਪੀਆਂ ਲਈ ਗੁਜ਼ਾਰਿਆ। ਉਹਨਾਂ ਦਾ ਜੀਵਨ ਸਿਰਫ ਉਹਨਾਂ ਦੀਆਂ ਸੰਤਾਨਾਂ ਲਈ ਸਮਰਪਿਤ ਸੀ। ਕੀ ਅਸੀਂ ਇਹ ਦੇਖਣ ਵਿੱਚ ਸਫਲ ਨਹੀਂ ਹਾਂ ਕਿ ਬਾਈਬਲ ਵਿੱਚ ਇਹ ਵਿਸ਼ਵਾਸ ਦਾ ਸੱਚਾ ਰਸਤਾ ਹੈ ਜੋ ਪਰਮੇਸ਼ਵਰ ਸਾਡੇ ਲਈ ਚਾਹੁੰਦੇ ਹਨ? ਪਹਿਲਾ ਕੁਰਿੰਥੀਓ ਅਧਿਆਇ 13 ਵਿੱਚ ਲਿਖਿਆ ਹੈ, ਜਦ ਮੈਂ ਨਿਆਣਾ ਸਾਂ ਤਦ ਨਿਆਣੇ ਵਾਂਗੂ ਬੋਲਦਾ, ਨਿਆਣੇ ਵਾਂਗੂ ਸਮਝਦਾ ਅਤੇ ਨਿਆਣੇ ਵਾਂਗੂ ਜਾਂਚਦਾ ਸਾਂ। ਇਹ ਅੱਗੇ ਕਹਿੰਦਾ ਹੈ, ਹੁਣ ਮੈਂ ਜੋ ਸਿਆਣਾ ਹੋਇਆ ਤਾਂ ਮੈਂ ਨਿਆਣਪੁਣੇ ਦੀਆਂ ਗੱਲਾਂ ਛੱਡ ਦਿੱਤੀਆਂ ਹਨ। ਇਹ ਪਹਿਲਾ ਕੁਰਿੰਥੀਓ ਅਧਿਆਇ 13 ਦੇ ਵਚਨ ਹਨ, ਜਿਸ ਨੂੰ ਪਿਆਰ ਦਾ ਅਧਿਆਇ ਕਿਹਾ ਜਾਂਦਾ ਹੈ। ਜਦੋਂ ਅਸੀਂ ਆਪਣੇ ਨਿਆਣਪੁਣੇ ਦੇ ਵਿਸ਼ਵਾਸ ਨੂੰ ਛੱਡ ਦਈਏ ਅਤੇ ਇੱਕ ਸਿਆਣੇ ਵਿਸ਼ਵਾਸ ਵਿੱਚ ਵੱਡੇ ਹੋ ਜਾਈਏ, ਫਿਰ ਅਸੀਂ ਸਭ ਤੋਂ ਪਹਿਲਾਂ ਦੁੱਖ ਦਾ ਸਾਹਮਣਾ ਕਰਾਂਗੇ। ਇੱਕ ਵਾਰ ਜਦੋਂ ਅਸੀਂ ਇਸ ਤਰ੍ਹਾਂ ਦਾ ਜੀਵਨ ਜਿਉਣਾ ਸ਼ੁਰੂ ਕਰ ਦਿੰਦੇ ਹਾਂ ਜੋ ਖੁਦ ਦੇ ਆਨੰਦ ਉੱਤੇ ਨਹੀਂ ਬਲਕਿ ਦੂਸਰਿਆਂ ਦੇ ਆਨੰਦ ਉੱਤੇ ਕੇਂਦਰਿਤ ਹੁੰਦਾ ਹੈ, ਫਿਰ ਅਸੀਂ ਆਖਰਕਾਰ ਪਿਤਾ ਅਤੇ ਮਾਤਾ ਜੀ ਨੂੰ ਖੁਸ਼ ਕਰਨ ਵਾਲੇ ਸਿੱਧ ਅਤੇ ਸੰਪੂਰਨ ਪ੍ਰਾਣੀ ਦੇ ਰੂਪ ਵਿੱਚ ਫਿਰ ਤੋਂ ਜਨਮ ਲਵਾਂਗੇ। ਇਸ ਤਰ੍ਹਾਂ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਪਤੀਰੀ ਰੋਟੀ ਦੇ ਪਰਬ ਵਿੱਚ ਬਹੁਤ ਡੂੰਘਾ ਅਰਥ ਸ਼ਾਮਲ ਹੈ ਅਤੇ ਇਹ ਸੋਚਣਾ ਚਾਹੀਦਾ ਹੈ, ਮਸੀਹ ਨੂੰ ਪਰਮੇਸ਼ਵਰ ਹੋਣ ਦੇ ਬਾਵਜੂਦ ਇਸ ਤਰ੍ਹਾਂ ਦੇ ਅਪਮਾਨ ਅਤੇ ਨਫ਼ਰਤ ਨੂੰ ਕਿਉਂ ਸਹਿਣਾ ਪਿਆ। ਉਹਨਾਂ ਨੂੰ ਥੱਪੜ ਮਾਰਿਆ ਗਿਆ, ਉਹਨਾਂ ਉੱਤੇ ਥੁੱਕਿਆ ਗਿਆ, ਉਹਨਾਂ ਨੂੰ ਕੰਡਿਆਂ ਦਾ ਮੁਕਟ ਪਹਿਨਾਇਆ ਗਿਆ, ਕੋੜੇ ਮਾਰੇ ਗਏ ਅਤੇ ਬਰਛੇ ਨਾਲ ਉਹਨਾਂ ਦਾ ਪਾਸਾ ਬਿੰਨਿਆ ਗਿਆ। ਕਿਉਂ ਉਹਨਾਂ ਦੇ ਕੋਲ ਦੇ ਡਾਕੂ ਵਰਗੇ ਲੋਕਾਂ ਦੁਆਰਾ ਵੀ ਉਹਨਾਂ ਦਾ ਮਜ਼ਾਕ ਉਡਾਇਆ ਗਿਆ ਅਤੇ ਉਹਨਾਂ ਦੀ ਨਿੰਦਿਆ ਕੀਤੀ ਗਈ। ਉਹਨਾਂ ਨਾਲ ਇਹ ਸਭ ਹੋਣ ਦਾ ਕਾਰਨ ਅਸੀਂ ਹੀ ਹਾਂ। ਜੇਕਰ ਮਸੀਹ ਸਿਰਫ ਆਪਣੇ ਲਈ ਜੀਵਨ ਜਿਉਂਦੇ, ਤਦ ਉਹਨਾਂ ਲਈ ਸਰੀਰ ਦੇ ਤੰਬੂ ਵਿੱਚ ਆਉਣ ਦੀ ਕੋਈ ਲੋੜ ਨਹੀਂ ਹੁੰਦੀ। ਉਹਨਾਂ ਦਾ ਇਸ ਧਰਤੀ ਉੱਤੇ ਆਉਣ ਦਾ ਕੋਈ ਕਾਰਨ ਨਹੀਂ ਹੁੰਦਾ ਅਤੇ ਉਹਨਾਂ ਨੂੰ ਸਲੀਬ ਉੱਤੇ ਚੜ੍ਹਾਏ ਜਾਣ ਦਾ ਕੋਈ ਕਾਰਨ ਨਾ ਹੁੰਦਾ। ਅੱਜ ਦੇ ਪਤੀਰੀ ਰੋਟੀ ਦੇ ਪਰਬ ਦੁਆਰਾ ਸਾਨੂੰ ਇਹ ਮਹਿਸੂਸ ਕਰਨਾ ਚਾਹੀਦਾ ਹੈ ਕਿ ਸਵਰਗੀ ਪਿਤਾ ਅਤੇ ਸਵਰਗੀ ਮਾਤਾ ਜੀ ਨੇ ਉਹ ਸਭ ਅਪਮਾਨ ਅਤੇ ਨਿੰਦਿਆ ਪ੍ਰਾਪਤ ਕੀਤੀ ਜਿਸ ਦੇ ਅਸੀਂ ਯੋਗ ਹਾਂ, ਕਿਉਂਕਿ ਉਹਨਾਂ ਨੇ ਖੁਦ ਲਈ ਨਹੀਂ ਪਰ ਸਾਡੇ ਲਈ ਜੀਵਨ ਗੁਜ਼ਾਰਿਆ। ਸਾਨੂੰ ਇਸ ਗੱਲ ਉੱਤੇ ਚਿੰਤਾ ਕਰਨ ਲਈ ਵੀ ਸਮਾਂ ਕੱਢਣਾ ਚਾਹੀਦਾ ਹੈ ਕਿ ਜੋ ਮੁਕਤੀ ਸਾਨੂੰ ਦਿੱਤੀ ਗਈ ਹੈ ਉਹ ਜ਼ਿਆਦਾ ਕੀਮਤੀ ਹੈ। ਆਓ ਅਸੀਂ ਇਕੱਠੇ ਪਹਿਲਾ ਕੁਰਿੰਥੀਓ ਦੀ ਕਿਤਾਬ ਅਧਿਆਇ 13 ਉੱਤੇ ਚਾਹੀਏ। ਪਹਿਲਾ ਕੁਰਿੰਥੀਓ ਅਧਿਆਇ 13 ਵਚਨ 9 ਵਿੱਚ ਲਿਖਿਆ ਹੈ, ਅਸੀਂ ਤਾਂ ਕੁਝ ਜਾਣਦੇ ਹਾਂ ਅਤੇ ਕੁਝ ਅਗੰਮ ਵਕ ਬੋਲਦੇ ਹਾਂ, ਪਰ ਜਦ ਸੰਪੂਰਨ ਆਵੇ ਤਦ ਅਧੂਰਾ ਮੁੱਕ ਜਾਵੇ। ਜਦ ਮੈਂ ਨਿਆਣਾ ਸਾਂ ਤਦ ਨਿਆਣੇ ਵਾਂਗੂ ਬੋਲਦਾ, ਨਿਆਣੇ ਵਾਂਗੂ ਸਮਝਦਾ ਅਤੇ ਨਿਆਣੇ ਵਾਂਗੂ ਜਾਂਚਦਾ ਸਾਂ। ਹੁਣ ਮੈਂ ਸਿਆਣਾ ਜੋ ਹੋਇਆ ਤਾਂ ਮੈਂ ਨਿਆਣਪੁਣੇ ਦੀਆਂ ਗੱਲਾਂ ਛੱਡ ਦਿੱਤੀਆਂ ਹਨ। ਨਿਆਣੇ ਹਰ ਸਥਿਤੀ ਵਿੱਚ ਸਿਰਫ ਖੁਦ ਬਾਰੇ ਸੋਚਦੇ ਹਨ। ਜਦੋਂ ਉਹ ਭੁੱਖਾ ਹੁੰਦਾ ਹੈ ਤਦ ਉਹ
ਇਹ ਨਹੀਂ ਸੋਚਦਾ ਕਿ ਉਸ ਦੇ ਮਾਤਾ-ਪਿਤਾ ਜਾਂ ਭਰਾ-ਭੈਣ ਵੀ ਭੁੱਖੇ ਹੋਣਗੇ। ਉਹ ਸਿਰਫ ਆਪਣੀ ਭੁੱਖ ਬਾਰੇ ਸੋਚਦਾ ਹੈ। ਉਹ ਸਿਰਫ ਆਪਣੀ ਬੇਚੈਨੀ ਬਾਰੇ ਸੋਚਦਾ ਹੈ। ਉਹ ਕਦੇ ਨਹੀਂ ਸੋਚਦਾ ਕਿ ਉਸ ਦੇ ਮਾਤਾ-ਪਿਤਾ ਕਿਸ ਤਰ੍ਹਾਂ ਦੀ ਮੁਸ਼ਕਿਲ ਸਥਿਤੀ ਜਾਂ ਵਾਤਾਵਰਣ ਵਿੱਚ ਹੋਣਗੇ। ਅਸੀਂ ਦੇਖ ਸਕਦੇ ਹਾਂ ਕਿ ਇਹ ਇੱਕ ਨਿਆਣੇ ਦਾ ਕੁਦਰਤੀ ਚਰਿੱਤਰ ਹੈ। ਇਸ ਦੇ ਉਲਟ ਸਿਆਣੇ ਲੋਕ ਉਸ ਤਰ੍ਹਾਂ ਕੰਮ ਨਹੀਂ ਕਰਦੇ। ਉਹ ਦੂਸਰਿਆਂ ਬਾਰੇ ਵਿਚਾਰ ਕਰਨਾ ਜਾਣਦੇ ਹਨ। ਮਾਤਾ-ਪਿਤਾ ਹਮੇਸ਼ਾ ਆਪਣੇ ਬੱਚਿਆਂ ਬਾਰੇ ਚਿੰਤਿਤ ਰਹਿੰਦੇ ਹਨ ਕਿ ਉਹਨਾਂ ਨੇ ਕੁਝ ਖਾਧਾ ਹੈ ਜਾਂ ਨਹੀਂ ਆਦਿ। ਜੇਕਰ ਬੱਚਿਆਂ ਨੇ ਖਾਣਾ ਨਹੀਂ ਖਾਧਾ, ਫਿਰ ਉਹਨਾਂ ਦੇ ਮਾਤਾ-ਪਿਤਾ ਚਿੰਤਾ ਕਰਦੇ ਹਨ ਕਿ ਉਸਨੇ ਕਿਉਂ ਨਹੀਂ ਖਾਧਾ। ਕੀ ਉਹ ਬਿਮਾਰ ਹਨ ਜਾਂ ਉਸ ਦੀ ਕਿਸੇ ਦੋਸਤ ਨਾਲ ਲੜਾਈ ਹੋਈ ਹੈ। ਇਸ ਤਰ੍ਹਾਂ ਮਾਤਾ-ਪਿਤਾ ਦੀਆਂ ਚਿੰਤਾਵਾਂ ਅਤੇ ਵਿਚਾਰ ਹਮੇਸ਼ਾ ਦੂਸਰਿਆਂ ਉੱਤੇ ਕੇਂਦਰਿਤ ਹੁੰਦੇ ਹਨ। ਪਿਤਾ ਅਤੇ ਮਾਤਾ ਸਾਡੇ ਜੀਵਨ ਦੇ ਖਾਤਰ ਇਸ ਧਰਤੀ ਉੱਤੇ ਆਏ। ਜੇਕਰ ਉਹ ਆਪਣੀ ਹੀ ਵਡਿਆਈ ਬਾਰੇ ਸੋਚਦੇ, ਫਿਰ ਉਹਨਾਂ ਲਈ ਇਸ ਛੋਟੇ ਤੁੱਛ ਸੰਸਾਰ ਵਿੱਚ ਆਉਣ ਦਾ ਕੋਈ ਕਾਰਨ ਨਹੀਂ ਹੁੰਦਾ। ਸਵਰਗੀ ਸਵਰਗਦੂਤਾਂ ਦੁਆਰਾ ਸੇਵਾ ਕੀਤੇ ਜਾ ਕੇ ਉਹ ਹਰ ਦਿਨ ਪ੍ਰਸ਼ੰਸਾ ਪ੍ਰਾਪਤ ਕਰਦੇ ਹੋਏ ਉਹਨਾਂ ਨੂੰ ਇੱਕ ਸ਼ਾਨਦਾਰ ਜੀਵਨ ਜਿਉਣਾ ਚਾਹੀਦਾ ਸੀ, ਪਰ ਉਹਨਾਂ ਦੀ ਇੱਕੋ ਇੱਕ ਚਿੰਤਾ ਸਾਡੇ ਬਾਰੇ ਸੀ। ਭਰਾਵੋ ਅਤੇ ਭੈਣੋ, ਪਰਮੇਸ਼ਵਰ ਨੇ ਬੱਚਿਆਂ ਦਾ ਅਜਿਹਾ ਚਰਿੱਤਰ ਕਿਉਂ ਬਣਾਇਆ ਹੈ ਜੋ ਸਿਰਫ ਆਪਣੇ ਬਾਰੇ ਵਿਚਾਰ ਕਰਦੇ ਹਨ? ਅਤੇ ਪਰਮੇਸ਼ਵਰ ਨੇ ਮਾਤਾ-ਪਿਤਾ ਦਾ ਅਜਿਹਾ ਚਿੱਤਰ ਕਿਉਂ ਬਣਾਇਆ ਹੈ ਜੋ ਉਹਨਾਂ ਦੇ ਬੱਚਿਆਂ ਨੂੰ ਭੁੱਖ ਨਾਲ ਪੀੜਿਤ ਨਹੀਂ ਹੋਣ ਦਿੰਦੇ, ਭਾਵੇਂ ਉਹ ਖੁਦ ਕਿੰਨੇ ਵੀ ਭੁੱਖੇ ਕਿਉਂ ਨਾ ਹੋਣ? ਇਹਨਾਂ ਸਾਰਿਆਂ ਪ੍ਰਸ਼ਨਾਂ ਦਾ ਉੱਤਰ ਪਹਿਲਾ ਕੁਰਿੰਥੀਓ ਦੀ ਕਿਤਾਬ ਅਧਿਆਇ 13 ਵਿੱਚ ਪਾਇਆ ਜਾ ਸਕਦਾ ਹੈ। ਇਸੇ ਕਾਰਨ ਪਹਿਲਾ ਕੁਰਿੰਥੀਓ ਅਧਿਆਇ 13 ਨੂੰ ਪਿਆਰ ਦਾ ਅਧਿਆਇ ਮੰਨਿਆ ਜਾਂਦਾ ਹੈ, ਕਿਉਂਕਿ ਮਸੀਹ ਸਾਨੂੰ ਬਹੁਤ ਪਿਆਰ ਕਰਦੇ ਹਨ। ਫਿਰ ਉਹਨਾਂ ਨੇ ਸਵਰਗ ਦੀ ਮਹਿਮਾ ਨੂੰ ਪਿੱਛੇ ਛੱਡ ਦਿੱਤਾ ਅਤੇ ਇਸ ਧਰਤੀ ਉੱਤੇ ਆਏ। ਉਹ ਸਿਰਫ ਆਪਣੀਆਂ ਸੰਤਾਨਾਂ ਦੀ ਮੁਕਤੀ ਲਈ ਲੋਕਾਂ ਤੋਂ ਅਪਮਾਨ ਅਤੇ ਨਿੰਦਿਆ ਨੂੰ ਸਹਿਣ ਦੇ ਰਸਤੇ ਉੱਤੇ ਚੱਲੇ। ਅੱਜ ਦੇ ਪਤੀਰੀ ਰੋਟੀ ਦੇ ਪਰਬ ਦੁਆਰਾ ਅਸੀਂ ਮਸੀਹ ਦੇ ਇਸ ਬਲੀਦਾਨ ਭਰੇ ਮਾਰਗ ਦੀ ਪੁਸ਼ਟੀ ਕਰ ਸਕਦੇ ਹਾਂ। ਇਸ ਲਈ ਪਸਾਹ ਅਤੇ ਸਾਰੇ ਪਰਬ ਮਹੱਤਵਪੂਰਨ ਹਨ, ਪਰ ਪਤੀਰੀ ਰੋਟੀ ਦੇ ਪਰਬ ਦਾ ਅਰਥ ਸਮਝੇ ਬਿਨਾਂ ਅਸੀਂ ਕਦੇ ਵੀ ਸੰਪੂਰਨ ਵਿਸ਼ਵਾਸ ਤੱਕ ਨਹੀਂ ਪਹੁੰਚ ਸਕਾਂਗੇ। ਪਰਮੇਸ਼ਵਰ ਸਾਨੂੰ ਹਮੇਸ਼ਾ ਸੇਵਾ ਕਰਨਾ, ਵਿਚਾਰਸ਼ੀਲ ਹੋਣਾ ਅਤੇ ਦੂਸਰਿਆਂ ਨੂੰ ਦੇਣਾ ਵਰਗੀਆਂ ਸਿੱਖਿਆਵਾਂ ਕਿਉਂ ਦਿੰਦੇ ਹਨ? ਜੇਕਰ ਅਸੀਂ ਪਤੀਰੀ ਰੋਟੀ ਦੇ ਪਰਬ ਦਾ ਅਰਥ ਚੰਗੀ ਤਰ੍ਹਾਂ ਸਮਝ ਲਈਏ, ਫਿਰ ਅਸੀਂ ਆਪਣੇ ਭਰਾਵਾਂ ਅਤੇ ਭੈਣਾਂ ਦੀ ਦੇਖਭਾਲ ਕਰਾਂਗੇ, ਇੱਕ ਦੂਸਰੇ ਲਈ ਸਮਰਪਿਤ ਹੋਵਾਂਗੇ ਅਤੇ ਵਿਚਾਰਸ਼ੀਲ ਹੋਵਾਂਗੇ। ਨਿਸ਼ਚਿਤ ਰੂਪ ਨਾਲ ਜਦੋਂ ਅਸੀਂ ਪਤੀਰੀ ਰੋਟੀ ਦੇ ਪਰਬ ਦੇ ਅਰਥ ਨੂੰ ਸਹੀ ਤਰ੍ਹਾਂ ਸਮਝਾਂਗੇ, ਫਿਰ ਸਾਡਾ ਦਿਲ ਪਿਆਰ ਨਾਲ ਭਰਿਆ ਹੋਵੇਗਾ, ਜਿਵੇਂ ਕਿ ਪਹਿਲਾ ਕੁਰਿੰਥੀਓ ਅਧਿਆਇ 13 ਵਿੱਚ ਵਰਣਨ ਕੀਤਾ ਹੈ। ਅੱਜ ਤੋਂ ਸਾਨੂੰ ਆਪਣੇ ਨਿਆਣਪੁਣੇ ਵਰਗੇ ਵਿਸ਼ਵਾਸ ਨੂੰ ਸੁੱਟ ਦੇਣਾ ਚਾਹੀਦਾ ਹੈ ਜੋ ਕਹਿੰਦਾ ਹੈ, ਬਸ ਮੇਰੇ ਲਈ ਕੁਝ ਕਰੋ। ਉਸ ਦੇ ਬਜਾਏ ਸਾਨੂੰ ਸੋਚਣਾ ਚਾਹੀਦਾ ਹੈ, ਅਸੀਂ ਆਪਣੇ ਆਲੇ ਦੁਆਲੇ ਦੇ ਮੈਂਬਰਾਂ ਲਈ ਕੀ ਕਰ ਸਕਦੇ ਹਾਂ? ਮੈਂ ਉਹਨਾਂ ਨੂੰ ਕੀ ਦਿਆਂ? ਸਾਡੇ ਪਿਤਾ ਅਤੇ ਮਾਤਾ ਜੀ ਜਿਸ ਮਾਰਗ ਉੱਤੇ ਚੱਲੇ ਸੀ, ਉਸ ਉੱਤੇ ਚੱਲਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? ਅੱਜ ਪਤੀਰੀ ਰੋਟੀ ਦੇ ਪਰਬ ਦੁਆਰਾ ਅਸੀਂ ਸਿਆਣੀਆਂ ਸੰਤਾਨਾਂ ਦੇ ਰੂਪ ਵਿੱਚ ਫਿਰ ਤੋਂ ਜਨਮ ਲੈ ਸਕਦੇ ਹਾਂ, ਜਿਨ੍ਹਾਂ ਕੋਲ ਇੱਕ ਡੂੰਘਾ ਤੇ ਵਿਆਪਕ ਮਨ ਹੈ ਜੋ ਦੂਸਰਿਆਂ ਦੇ ਪ੍ਰਤੀ ਵਿਚਾਰਸ਼ੀਲ ਰਹਿਣ ਲਈ ਕਾਫੀ ਹੈ। ਪਤੀਰੀ ਰੋਟੀ ਦੇ ਪਰਬ ਦੇ ਅਰਥ ਬਾਰੇ ਆਓ ਅਸੀਂ 2000 ਸਾਲ ਪਹਿਲਾਂ ਹੋਏ ਇੱਕ ਦ੍ਰਿਸ਼ ਨੂੰ ਦੇਖੀਏ। ਆਓ ਅਸੀਂ ਮਤੀ ਅਧਿਆਇ 26 ਉੱਤੇ ਇੱਕ ਨਜ਼ਰ ਪਾਈਏ। ਅਧਿਆਇ 26 ਵਚਨ 47। ਉਹ ਅਜੇ ਬੋਲਦਾ ਹੀ ਸੀ ਕਿ ਵੇਖੋ, ਯਹੂਦਾ ਜਿਹੜਾ ਉਹਨਾਂ 12 ਵਿੱਚੋਂ ਇੱਕ ਸੀ ਆ ਪਹੁੰਚਿਆ ਅਤੇ ਪ੍ਰਧਾਨ ਜਾਜਕਾਂ ਅਰ ਲੋਕਾਂ ਦੇ ਬਜ਼ੁਰਗਾਂ ਦੀ ਵੱਲੋਂ ਇੱਕ ਵੱਡੀ ਭੀੜ ਤਲਵਾਰਾਂ ਅਤੇ ਡਾਂਗਾ ਫੜੀ ਉਹਦੇ ਨਾਲ ਸੀ। ਅਤੇ ਉਹਦੇ ਫੜਵਾਉਣ ਵਾਲੇ ਨੇ ਉਹਨਾਂ ਨੂੰ ਇਹ ਕਹਿ ਕੇ ਪਤਾ ਦਿੱਤਾ ਸੀ, ਭਈ ਜਿਹਨੂੰ ਮੈਂ ਚੁੰਮਾਂ ਉਹ ਹੈ, ਉਸ ਨੂੰ ਫੜ ਲੈਣਾ। ਅਰ ਝੱਟ ਯੀਸ਼ੂ ਕੋਲ ਆਣ ਕੇ ਉਹਨੇ ਆਖਿਆ, ਸੁਆਮੀ ਜੀ ਆਦੇਸ਼, ਅਤੇ ਉਸ ਨੂੰ ਚੁੰਮਿਆ। ਤਾਂ ਯੀਸ਼ੂ ਨੇ ਉਹਨੂੰ ਆਖਿਆ, ਬੇਲੀਆ ਕਿਵੇਂ ਆਇਆ? ਤਦ ਉਹਨਾਂ ਨੇ ਕੋਲ ਆਣ ਕੇ ਯੀਸ਼ੂ ਉੱਤੇ ਹੱਥ ਪਾਏ ਅਤੇ ਉਹਨੂੰ ਫੜ ਲਿਆ। ਯੀਸ਼ੂ ਪਹਿਲਾਂ ਤੋਂ ਹੀ ਜਾਣਦੇ ਸੀ ਕਿ ਯਹੂਦਾ ਇਸਕਰਿਓਤੀ ਉਹਨਾਂ ਨਾਲ ਵਿਸ਼ਵਾਸਘਾਤ ਕਰੇਗਾ ਅਤੇ ਉਹਨਾਂ ਨੂੰ 30 ਚਾਂਦੀ ਦੇ ਸਿੱਕਿਆਂ ਲਈ ਵੇਚ ਦੇਵੇਗਾ। ਭਾਵੇਂ ਉਹ ਇਹ ਸਭ ਜਾਣਦੇ ਸੀ, ਪਰ ਉਹਨਾਂ ਨੇ ਪਹਿਲਾਂ ਤੋਂ ਹੀ ਉਸ ਦਾ ਪਰਦਾਫਾਸ਼ ਨਹੀਂ ਕੀਤਾ, ਨਾ ਹੀ ਉਹਨਾਂ ਨੇ ਯਹੂਦੀਆਂ ਨੂੰ ਰੋਕਿਆ। ਅਜਿਹਾ ਇਸ ਲਈ ਹੈ ਕਿਉਂਕਿ ਪਰਮੇਸ਼ਵਰ ਨੇ ਪਹਿਲਾਂ ਹੀ ਵੱਖ-ਵੱਖ ਭਵਿੱਖਬਾਣੀਆਂ ਦੁਆਰਾ ਪ੍ਰਗਟ ਕਰ ਦਿੱਤਾ ਸੀ ਕਿ ਉਹਨਾਂ ਨੂੰ ਇਸ ਧਰਤੀ ਉੱਤੇ ਆਪਣੀ ਸੰਤਾਨਾਂ ਲਈ ਪ੍ਰਾਇਸ਼ਚਿਤ ਦੇ ਬਲੀਦਾਨ ਵਜੋਂ ਆਉਣਾ ਹੋਵੇਗਾ ਅਤੇ ਅੰਤ ਵਿੱਚ ਇਹਨਾਂ ਸਾਰੀਆਂ ਭਵਿੱਖਬਾਣੀਆਂ ਨੂੰ ਪੂਰਾ ਕਰਨਾ ਹੋਵੇਗਾ। ਯਹੂਦਾ ਇਸਕਰਿਓਤੀ ਦੇ ਵਿਸ਼ਵਾਸਘਾਤ ਬਾਰੇ ਪਹਿਲਾਂ ਤੋਂ ਜਾਣਨ ਦੇ ਬਾਵਜੂਦ ਉਹਨਾਂ ਨੇ ਉਸ ਸਮੇਂ ਦੀ ਉਡੀਕ ਕੀਤੀ। ਆਖਰਕਾਰ ਉਹ ਦਿਨ ਆ ਗਿਆ
ਅਤੇ ਉਹਨਾਂ ਨੂੰ ਇਸ ਦੁਖਦ ਵਿਸ਼ਵਾਸਘਾਤ ਦੇ ਅੰਤਿਮ ਪਰਿਣਾਮ ਦਾ ਸਾਹਮਣਾ ਕਰਨਾ ਪਿਆ। ਆਓ ਅਸੀਂ ਵਚਨ 50 ਨਾਲ ਜਾਰੀ ਰੱਖੀਏ। ਤਾਂ ਯੀਸ਼ੂ ਨੇ ਉਹਨੂੰ ਆਖਿਆ, ਬੇਲੀਆ ਕਿਵੇਂ ਆਇਆ? ਤਦ ਉਹਨਾਂ ਨੇ ਕੋਲ ਆਣ ਕੇ ਯੀਸ਼ੂ ਉੱਤੇ ਹੱਥ ਪਾਏ ਅਤੇ ਉਹਨੂੰ ਫੜ ਲਿਆ। ਅਰ ਵੇਖੋ, ਯੀਸ਼ੂ ਦੇ ਨਾਲ ਦਿਆਂ ਵਿੱਚੋਂ ਇੱਕ ਨੇ ਹੱਥ ਵਧਾ ਕੇ ਆਪਣੀ ਤਲਵਾਰ ਧੂ ਲਈ ਅਤੇ ਸਰਦਾਰ ਜਾਜਕ ਦੇ ਨੌਕਰ ਨੂੰ ਮਾਰ ਕੇ ਉਹਦਾ ਕੰਨ ਉਡਾ ਦਿੱਤਾ। ਤਦ ਯੀਸ਼ੂ ਨੇ ਉਹਨੂੰ ਆਖਿਆ, ਆਪਣੀ ਤਲਵਾਰ ਮਿਆਨ ਕਰ, ਕਿਉਂਕਿ ਸਭ ਜੋ ਤਲਵਾਰ ਖਿੱਚਦੇ ਹਨ ਤਲਵਾਰ ਨਾਲ ਮਾਰੇ ਜਾਣਗੇ। ਕੀ ਤੂੰ ਇਹ ਸਮਝਦਾ ਹੈ ਜੋ ਮੈਂ ਆਪਣੇ ਪਿਤਾ ਕੋਲ ਬੇਨਤੀ ਨਹੀਂ ਕਰ ਸਕਦਾ ਅਤੇ ਉਹ ਹੁਣੇ ਦੂਤਾਂ ਦੀਆਂ 12 ਫੌਜਾਂ ਤੋਂ ਵਧੇਕ ਮੇਰੇ ਕੋਲ ਹਾਜ਼ਰ ਨਾ ਕਰੇਗਾ? ਫਿਰ ਉਹ ਲਿਖਤਾਂ ਭਈ ਅਜਿਹਾ ਹੋਣਾ ਜ਼ਰੂਰ ਹੈ ਕਿੱਕਰ ਪੂਰੀਆਂ ਹੁੰਦੀਆਂ। ਯੀਸ਼ੂ ਸਭ ਕੁਝ ਕਰ ਸਕਦੇ ਹਨ, ਪਰ ਆਖਰਕਾਰ ਇਹ ਸਾਡੇ ਪਾਪਾਂ ਦੇ ਕਾਰਨ ਸੀ ਕਿ ਉਹਨਾਂ ਨੇ ਯਸ਼ਾਇਆ ਨਬੀ ਦੁਆਰਾ ਲਿਖੀਆਂ ਗਈਆਂ ਭਵਿੱਖਬਾਣੀਆਂ ਦੇ ਅਨੁਸਾਰ ਸਲੀਬ ਦੀ ਸਜ਼ਾ ਨੂੰ ਸਹਿਣ ਕੀਤਾ, ਮੁਸ਼ਕਿਲਾਂ ਦਾ ਸਾਹਮਣਾ ਕੀਤਾ ਅਤੇ ਸਭ ਪ੍ਰਕਾਰ ਦੇ ਦੁੱਖਾਂ ਨੂੰ ਆਪਣੇ ਉੱਪਰ ਲੈ ਲਿਆ। ਇਹ ਸਭ ਸਾਡੇ ਪਾਪਾਂ ਕਰਕੇ ਹੋਇਆ। ਮਸੀਹ ਨੇ ਆਤਮ ਕੇਂਦਰਿਤ ਜੀਵਨ ਨਹੀਂ ਗੁਜ਼ਾਰਿਆ ਜੋ ਸਿਰਫ ਖੁਦ ਉੱਤੇ ਕੇਂਦਰਿਤ ਕਰਦਾ ਹੈ। ਉਹ ਖੁਦ ਸਾਡੀ ਮੁਕਤੀ ਅਤੇ ਸਾਡੇ ਚਮਕਦਾਰ ਭਵਿੱਖ ਲਈ ਬਲੀਦਾਨ ਦੇ ਰਸਤੇ ਉੱਤੇ ਚੱਲੇ। ਅੱਜ ਪਤੀਰੀ ਰੋਟੀ ਦਾ ਇਹ ਪਰਬ ਸਾਡੇ ਲਈ ਇੱਕ ਬਹੁਤ ਮਹੱਤਵਪੂਰਨ ਅਤੇ ਅਰਥਪੂਰਨ ਦਿਨ ਹੈ। ਸਾਨੂੰ ਇਹ ਸੋਚ ਕੇ ਇੱਕ ਸੰਕਲਪ ਬਣਾਉਣਾ ਚਾਹੀਦਾ ਹੈ, ਮੈਂ ਆਪਣੇ ਆਲੇ ਦੁਆਲੇ ਦੇ ਸਾਰੇ ਲੋਕਾਂ ਦੀ ਖਾਤਰ ਅਤੇ ਮਨੁੱਖ ਜਾਤੀ ਦੀ ਖਾਤਰ ਕੀ ਕਰਨ ਵਾਲਾ ਹਾਂ। ਸਾਨੂੰ ਸਿਰਫ ਆਪਣੀ ਅਸੁਵਿਧਾ ਨੂੰ ਦੂਰ ਕਰਨ ਤੇ ਧਿਆਨ ਕੇਂਦਰਿਤ ਨਹੀਂ ਕਰਨਾ ਚਾਹੀਦਾ। ਇਸ ਦੇ ਬਜਾਏ ਸਾਨੂੰ ਇਸ ਉੱਤੇ ਵਿਚਾਰ ਕਰਨਾ ਚਾਹੀਦਾ ਹੈ, ਮੈਂ ਆਪਣੇ ਆਲੇ ਦੁਆਲੇ ਦੇ ਸਿਓਨ ਪਰਿਵਾਰ ਦੇ ਸਾਰੇ ਮੈਂਬਰਾਂ ਲਈ ਕੀ ਕਰ ਸਕਦਾ ਹਾਂ। ਕਈ ਵਾਰ ਸਾਨੂੰ ਦੂਜਿਆਂ ਦੇ ਅੱਗੇ ਝੁਕਣਾ ਪਵੇਗਾ ਅਤੇ ਕਈ ਵਾਰ ਸਾਨੂੰ ਵਿਚਾਰਸ਼ੀਲ ਅਤੇ ਧੀਰਜਵਾਨ ਹੋਣ ਦੀ ਲੋੜ ਹੋਵੇਗੀ। ਕਦੀ-ਕਦੀ ਸਾਨੂੰ ਪਰਮੇਸ਼ਵਰ ਦੇ ਵਚਨਾਂ ਅਤੇ ਕਈ ਹੋਰ ਗੱਲਾਂ ਨੂੰ ਵੀ ਸਿਖਾਉਣ ਦੀ ਜ਼ਰੂਰਤ ਹੋਵੇਗੀ। ਅਸੀਂ ਸਮਝ ਸਕਦੇ ਹਾਂ ਕਿ ਮਸੀਹ ਨੇ ਨਾ ਸਿਰਫ ਆਪਣੇ ਲਈ ਅਤੇ ਨਾ ਹੀ ਆਪਣੇ ਆਨੰਦ ਲਈ ਜੀਵਨ ਗੁਜ਼ਾਰਿਆ, ਬਲਕਿ ਇੱਕ ਅਜਿਹੇ ਵਿਅਕਤੀ ਦੇ ਰੂਪ ਵਿੱਚ ਜੀਵਨ ਗੁਜ਼ਾਰਿਆ ਜਿਸ ਨੇ ਸਾਡੀ ਮੁਕਤੀ ਲਈ ਆਪਣੀ ਖੁਸ਼ੀ ਨੂੰ ਤਿਆਗਦੇ ਹੋਏ ਦੂਜਿਆਂ ਲਈ ਖੁਦ ਨੂੰ ਬਲੀਦਾਨ ਕਰ ਦਿੱਤਾ। ਇਹ ਸਾਰੀਆਂ ਸਿੱਖਿਆਵਾਂ ਪਤੀਰੀ ਰੋਟੀ ਦੇ ਇਸ ਪਵਿੱਤਰ ਪਰਬ ਵਿੱਚ ਸ਼ਾਮਿਲ ਹਨ। ਸਾਨੂੰ ਪਤੀਰੀ ਰੋਟੀ ਦੇ ਪਰਬ ਦਾ ਅਰਥ ਚੰਗੀ ਤਰ੍ਹਾਂ ਸਮਝ ਆਉਣ ਲਈ ਯੀਸ਼ੂ ਨੇ ਪੁੱਛਿਆ, ਫਿਰ ਉਹ ਲਿਖਤਾਂ ਭਈ ਅਜਿਹਾ ਹੋਣਾ ਜ਼ਰੂਰ ਹੈ ਕਿੱਕਰ ਪੂਰੀਆਂ ਹੁੰਦੀਆਂ। ਯੀਸ਼ੂ ਪਹਿਲਾਂ ਤੋਂ ਹੀ ਜਾਣਦੇ ਸੀ ਕਿ ਉਹਨਾਂ ਨੂੰ ਧੋਖਾ ਦਿੱਤਾ ਜਾਵੇਗਾ, ਫਿਰ ਵੀ ਉਹਨਾਂ ਨੇ ਯਹੂਦਾ ਨੂੰ ਆਪਣਾ ਇੱਕ ਚੇਲਾ ਬਣਾਇਆ। ਉਹਨਾਂ ਨੇ ਉਸ ਨੂੰ ਆਪਣੇ ਕੋਲ ਰੱਖਿਆ ਅਤੇ ਉਸ ਦੀ ਦੇਖਭਾਲ ਕੀਤੀ। ਅਜਿਹਾ ਜੀਵਨ ਜਿਉਣਾ ਬਹੁਤ ਹੀ ਮੁਸ਼ਕਲ ਹੈ। ਠੀਕ ਆਪਣੇ ਆਲੇ ਦੁਆਲੇ ਉਸ ਵਿਅਕਤੀ ਦੇ ਹੋਣ ਦੇ ਬਾਵਜੂਦ ਜੋ ਅੰਤ ਵਿੱਚ ਉਹਨਾਂ ਨੂੰ ਨੁਕਸਾਨ ਪਹੁੰਚਾਵੇਗਾ, ਮਸੀਹ ਨੇ ਫਿਰ ਵੀ ਉਸ ਨੂੰ ਪਿਆਰ ਦਿਖਾਇਆ ਅਤੇ ਉਸ ਉੱਤੇ ਕਿਰਪਾ ਬਰਸਾਈ। ਦੁਨੀਆ ਵਿੱਚ ਪਰਮੇਸ਼ਵਰ ਤੋਂ ਇਲਾਵਾ ਕੋਈ ਨਹੀਂ ਹੈ ਜੋ ਜਾਣਬੁੱਝ ਕੇ ਇਸ ਤਰ੍ਹਾਂ ਜੀ ਸਕਦਾ ਹੈ। ਕਿੰਨੀ ਵਾਰ ਅਸੀਂ ਇਸ ਪਿਆਰ ਨੂੰ ਰੋਕ ਕੇ ਰੱਖਿਆ ਹੈ ਅਤੇ ਸਿਓਨ ਵਿੱਚ ਆਪਣੇ ਪਿਆਰੇ ਭਰਾਵਾਂ ਅਤੇ ਭੈਣਾਂ ਨੂੰ ਵੀ ਕਿਰਪਾ ਦਿਖਾਉਣ ਵਿੱਚ ਅਸਮਰਥ ਰਹੇ ਹਾਂ। ਸਾਨੂੰ ਪੂਰੀ ਤਰ੍ਹਾਂ ਮਹਿਸੂਸ ਕਰਨਾ ਚਾਹੀਦਾ ਹੈ ਕਿ ਮਸੀਹ ਨੇ ਸਾਡੇ ਲਈ ਅਜਿਹਾ ਜੀਵਨ ਬਤੀਤ ਕੀਤਾ। ਜਿਵੇਂ ਕਿ ਅਸੀਂ ਪਤੀਰੀ ਰੋਟੀ ਦੇ ਪਰਬ ਦੇ ਅਰਥ ਨੂੰ ਸਮਝਦੇ ਹਾਂ, ਫਿਰ ਸਾਨੂੰ ਸਿਰਫ ਉਹਨਾਂ ਦੇ ਸਲੀਬ ਉੱਤੇ ਚੜਾਏ ਜਾਣ ਤੇ ਧਿਆਨ ਕੇਂਦਰਿਤ ਨਹੀਂ ਕਰਨਾ ਚਾਹੀਦਾ। ਯੀਸ਼ੂ ਦੇ ਸਲੀਬ ਉੱਤੇ ਚੜਾਏ ਜਾਣ ਤੱਕ ਉਹਨਾਂ ਦੇ ਮਨਾਂ ਵਿੱਚ ਕੀ ਚੱਲ ਰਿਹਾ ਸੀ ਅਤੇ ਉਹਨਾਂ ਕੋਲ ਕਿਸ ਤਰ੍ਹਾਂ ਦੇ ਵਿਚਾਰ ਸੀ, ਸਾਨੂੰ ਅੱਜ ਇਸ ਮਾਮਲੇ ਤੇ ਵਿਚਾਰ ਕਰਨਾ ਚਾਹੀਦਾ ਹੈ। ਰਸੂਲ ਪੌਲੁਸ ਨੇ ਵੀ ਇਸ ਗੱਲ ਨੂੰ ਮਹਿਸੂਸ ਕੀਤਾ ਅਤੇ ਕਿਹਾ, ਕੌਣ ਸਾਨੂੰ ਮਸੀਹ ਦੇ ਪਿਆਰ ਤੋਂ ਅਲੱਗ ਕਰ ਸਕੇਗਾ? ਹੁਣ ਤੋਂ ਮੈਂ ਆਪਣੇ ਅੰਦਰ ਮਸੀਹ ਤੋਂ ਇਲਾਵਾ ਕਿਸੇ ਹੋਰ ਚੀਜ਼ ਨੂੰ ਰਹਿਣ ਨਹੀਂ ਦਿਆਂਗਾ। ਇਸ ਪ੍ਰਕਾਰ ਅਸੀਂ ਰਸੂਲ ਪੌਲੁਸ ਦੇ ਜੀਵਨ ਨੂੰ ਦੇਖ ਸਕਦੇ ਹਾਂ, ਜਿਸ ਨੇ ਆਪਣਾ ਪੂਰਾ ਜੀਵਨ ਮਸੀਹ ਦੀ ਸੇਵਾ ਵਿੱਚ ਬਲੀਦਾਨ ਕਰ ਦਿੱਤਾ। ਸਾਨੂੰ ਪਤੀਰੀ ਰੋਟੀ ਦੇ ਇਸ ਪਰਬ ਨੂੰ ਸਿਰਫ ਵਰਤ ਰੱਖਣ ਦਾ ਦਿਨ ਨਹੀਂ ਸਮਝਣਾ ਚਾਹੀਦਾ ਜਾਂ ਅਜਿਹਾ ਦਿਨ ਨਹੀਂ ਮੰਨਣਾ ਚਾਹੀਦਾ ਜਦੋਂ ਅਸੀਂ ਖਾ ਨਹੀਂ ਸਕਦੇ ਜਾਂ ਨਾ ਹੀ ਕਾਫੀ ਸੋ ਸਕਦੇ ਹਾਂ। ਇਸ ਦੇ ਬਜਾਏ ਸਾਨੂੰ ਮਸੀਹ ਦੇ ਦੁੱਖਾਂ ਬਾਰੇ ਸੋਚਣਾ ਚਾਹੀਦਾ ਹੈ। ਇਹ ਸਿਰਫ ਅਜਿਹਾ ਦਿਨ ਨਹੀਂ ਹੈ ਜਦੋਂ ਸਾਨੂੰ ਭੁੱਖ ਲੱਗਦੀ ਹੈ ਅਤੇ ਨੀਂਦ ਨਾ ਲੈਣ ਦੀ ਬੇਚੈਨੀ ਮਹਿਸੂਸ ਹੁੰਦੀ ਹੈ। ਸਾਨੂੰ ਸੋਚਣਾ ਚਾਹੀਦਾ ਹੈ ਸਿਓਨ ਦੇ ਉਹਨਾਂ ਭਰਾਵਾਂ ਅਤੇ ਭੈਣਾਂ ਲਈ ਜੋ ਮੇਰੇ ਚਾਰੋਂ ਪਾਸੇ ਹਨ, ਕਿੰਨਾ ਜ਼ਿਆਦਾ ਮੁਸ਼ਕਿਲ ਅਤੇ ਕਸ਼ਟਦਾਇਕ ਹੋਵੇਗਾ। ਸਾਡੇ ਸਵਰਗੀ ਪਿਤਾ ਅਤੇ ਸਵਰਗੀ ਮਾਤਾ ਜੀ ਨੂੰ ਹੋਰ ਕਿੰਨਾ ਜ਼ਿਆਦਾ ਮੁਸ਼ਕਿਲ ਜੀਵਨ ਜਿਉਣਾ ਪਿਆ ਹੋਵੇਗਾ। ਉਹਨਾਂ ਨੇ ਸਾਨੂੰ ਪਾਪਾਂ ਦੀ ਮਾਫੀ ਅਤੇ ਮੁਕਤੀ ਦੇਣ ਲਈ ਅਜਿਹਾ ਜੀਵਨ ਬਤੀਤ ਕੀਤਾ। ਪਤੀਰੀ ਰੋਟੀ ਦੇ ਇਸ ਪਰਬ ਦੇ ਪੂਰੇ ਦਿਨ ਭਰ ਸਾਨੂੰ ਸਾਰਿਆਂ ਨੂੰ ਇਸ ਪਰਬ ਦੇ ਅਰਥ ਉੱਤੇ ਸੋਚਣ ਅਤੇ ਪੂਰਾ ਅਹਿਸਾਸ ਪ੍ਰਾਪਤ ਕਰਨ ਵਿੱਚ ਸਫਲ ਹੋਣਾ ਚਾਹੀਦਾ ਹੈ।
ਆਓ ਅਸੀਂ ਮਤੀ ਅਧਿਆਇ 26 ਨਾਲ ਜਾਰੀ ਰੱਖੀਏ। ਵਚਨ 59। ਪ੍ਰਧਾਨ ਜਾਜਕ ਅਰ ਸਾਰੀ ਮਹਾਸਭਾ ਕਿਸ ਦੀ ਖੋਜ ਵਿੱਚ ਸੀ? ਯੀਸ਼ੂ ਦੇ ਵਿਰੁੱਧ ਉਹਦੇ ਜਾਨੋਂ ਮਾਰਨ ਲਈ ਝੂਠੀ ਗਵਾਹੀ ਢੂੰਡਦੀ ਸੀ। ਉਹਨਾਂ ਨੇ ਮਸੀਹ ਦੇ ਖਿਲਾਫ ਝੂਠੇ ਗਵਾਹਾਂ ਦਾ ਇਸਤੇਮਾਲ ਕਰਕੇ ਮਸੀਹ ਉੱਤੇ ਦੋਸ਼ ਲਗਾਇਆ, ਝੂਠਾ ਦੋਸ਼ ਲਗਾਇਆ ਅਤੇ ਉਹਨਾਂ ਦੀ ਨਿੰਦਾ ਕੀਤੀ। ਭਾਵੇਂ ਮਸੀਹ ਉਹਨਾਂ ਗੱਲਾਂ ਨੂੰ ਜਾਣਦੇ ਸੀ, ਪਰ ਉਹਨਾਂ ਨੇ ਧੀਰਜਵੰਤ ਹੋ ਕੇ ਸਭ ਕੁਝ ਝੱਲਿਆ ਅਤੇ ਸਵੀਕਾਰ ਕੀਤਾ। ਆਓ ਅਸੀਂ ਵਚਨ 60 ਉੱਤੇ ਜਾਈਏ। ਪਰ ਨਾ ਲੱਭੀ, ਭਾਵੇਂ ਝੂਠੇ ਗਵਾਹ ਬਹੁਤ ਆਏ, ਪਰ ਉੜਕ ਨੂੰ 2 ਜਣੇ ਅੱਗੇ ਆਣ ਕੇ ਬੋਲੇ, ਇਹਨੇ ਆਖਿਆ ਹੈ ਮੈਂ ਪਰਮੇਸ਼ਵਰ ਦੀ ਹੈਕਲ ਨੂੰ ਢਾਹ ਕੇ 3 ਦਿਨਾਂ ਵਿੱਚ ਉਹਨੂੰ ਬਣਾ ਸਕਦਾ ਹਾਂ। ਅਤੇ ਸਰਦਾਰ ਜਾਜਕ ਨੇ ਖਲੋ ਕੇ ਉਹਨੂੰ ਆਖਿਆ, ਕੀ ਤੂੰ ਜਵਾਬ ਨਹੀਂ ਦਿੰਦਾ? ਇਹ ਤੇਰੇ ਵਿਰੁੱਧ ਕੀ ਗਵਾਹੀ ਦਿੰਦੇ ਹਨ? ਪਰ ਯੀਸ਼ੂ ਚੁੱਪ ਹੀ ਰਿਹਾ। ਅਤੇ ਸਰਦਾਰ ਜਾਜਕ ਨੇ ਉਹਨੂੰ ਆਖਿਆ, ਮੈਂ ਤੈਨੂੰ ਜਿਉਂਦੇ ਪਰਮੇਸ਼ਵਰ ਦੀ ਸਹੁੰ ਦਿੰਦਾ ਹਾਂ, ਭਾਈ ਜੋ ਤੂੰ ਮਸੀਹ ਪਰਮੇਸ਼ਵਰ ਦਾ ਪੁੱਤਰ ਹੈ ਤਾਂ ਸਾਨੂੰ ਦੱਸ। ਇਹ ਉਹ ਦ੍ਰਿਸ਼ ਹੈ ਜਦੋਂ ਪ੍ਰਧਾਨ ਜਾਜਕਾਂ ਨੇ ਯੀਸ਼ੂ ਤੇ ਇਹ ਕਹਿੰਦੇ ਹੋਏ ਦੋਸ਼ ਲਗਾਇਆ, ਜਿਉਂਦੇ ਪਰਮੇਸ਼ਵਰ ਦੇ ਸਾਹਮਣੇ ਸਾਨੂੰ ਦੱਸੋ ਕਿ ਤੂੰ ਪਰਮੇਸ਼ਵਰ ਦਾ ਪੁੱਤਰ ਮਸੀਹ ਹੈ, ਅਤੇ ਕੀ ਹੁਣ ਤੂੰ ਉਹ ਹੋਣ ਦਾ ਦਾਅਵਾ ਕਰਦਾ ਹੈ ਜੋ ਤੂੰ ਨਹੀਂ ਹੈ। ਉਹਨਾਂ ਨੇ ਯੀਸ਼ੂ ਨਾਲ ਇਸ ਤਰ੍ਹਾਂ ਦੁਰਵਿਵਹਾਰ ਕੀਤਾ ਮੰਨੋ ਉਹ ਅਪਰਾਧੀ ਅਤੇ ਠੱਗ ਹੋਣ। ਆਓ ਅਸੀਂ ਆਇਤ 65 ਨਾਲ ਜਾਰੀ ਰੱਖੀਏ। ਤਦ ਸਰਦਾਰ ਜਾਜਕ ਨੇ ਆਪਣੇ ਕੱਪੜੇ ਪਾੜ ਕੇ ਆਖਿਆ, ਇਸ ਕੁਫਰ ਬਕਿਆ ਹੈ, ਹੁਣ ਸਾਨੂੰ ਗਵਾਹਾਂ ਦੀ ਹੋਰ ਕੀ ਲੋੜ ਹੈ? ਵੇਖੋ, ਹੁਣੇ ਤੁਸੀਂ ਇਹ ਕੁਫਰ ਸੁਣਿਆ, ਤੁਹਾਡੀ ਕੀ ਸਲਾਹ ਹੈ? ਉਹਨਾਂ ਨੇ ਉੱਤਰ ਦਿੱਤਾ, ਇਹ ਮਾਰੇ ਜਾਣ ਦੇ ਯੋਗ ਹੈ। ਤਦ ਉਹਨਾਂ ਨੇ ਉਹਦੇ ਮੂੰਹ ਉੱਤੇ ਥੁੱਕਿਆ ਅਰ ਉਹਨੂੰ ਮੁੱਕੇ ਮਾਰੇ, ਅਤੇ ਹੋਰਨਾਂ ਨੇ ਚਪੇੜਾ ਮਾਰ ਕੇ ਕਿਹਾ, ਹੇ ਮਸੀਹ, ਸਾਨੂੰ ਅਗੰਮ ਗਿਆਨ ਨਾਲ ਦੱਸ, ਤੈਨੂੰ ਕਿਸ ਨੇ ਮਾਰਿਆ? ਇਸ ਪ੍ਰਕਾਰ ਉਹਨਾਂ ਨੇ ਮੂੰਹ ਉੱਤੇ ਥੁੱਕਿਆ ਅਤੇ ਉਹਨਾਂ ਨੂੰ ਮੁੱਕੇ ਮਾਰੇ ਅਤੇ ਉਹਨਾਂ ਦੇ ਮੂੰਹ ਤੇ ਮਾਰਿਆ। ਭਾਵੇਂ ਅਸੀਂ ਪਾਪੀ ਹਾਂ, ਜੇਕਰ ਸਾਡੇ ਨਾਲ ਅਜਿਹਾ ਕੁਝ ਹੁੰਦਾ ਤਦ ਅਸੀਂ ਇਸ ਤਰ੍ਹਾਂ ਦੇ ਅਪਮਾਨ ਉੱਤੇ ਗੁੱਸੇ ਹੁੰਦੇ ਅਤੇ ਇਸ ਤਰ੍ਹਾਂ ਦੇ ਦੁਰਵਿਹਾਰ ਨਾਲ ਗੁੱਸੇ ਹੋ ਜਾਂਦੇ। ਭਾਵੇਂ ਉਹ ਪਰਮੇਸ਼ਵਰ ਹਨ, ਪਰ ਉਹਨਾਂ ਨੇ ਸਾਡੇ ਸਾਰੇ ਪਾਪਾਂ ਨੂੰ ਮਾਫ ਕਰਨ ਲਈ ਇਹਨਾਂ ਸਾਰੇ ਕਸ਼ਟਾਂ ਨੂੰ ਝੱਲਿਆ। ਉਹਨਾਂ ਦਾ ਬਲੀਦਾਨ ਸਾਡੇ ਲਈ ਸੀ। ਇੱਕ ਵਾਰ ਫਿਰ ਅੱਜ ਪਤੀਰੀ ਰੋਟੀ ਦੇ ਪਰਬ ਦੁਆਰਾ ਸਾਨੂੰ ਇਸ ਨੂੰ ਮਹਿਸੂਸ ਕਰਨਾ ਚਾਹੀਦਾ ਹੈ ਅਤੇ ਸੱਚੀ ਤੋਬਾ ਕਰਨੀ ਚਾਹੀਦੀ ਹੈ। ਖੁਸ਼ਖਬਰੀ ਦੀਆਂ ਕਿਤਾਬਾਂ ਦੇ ਲੇਖਕਾਂ ਨੇ ਯੀਸ਼ੂ ਨਾਲ ਇੱਕ ਚੋਰ ਤੋਂ ਵੀ ਬੁਰਾ ਸਲੂਕ ਕੀਤੇ ਜਾਣ ਦੇ ਦ੍ਰਿਸ਼ਾਂ ਨੂੰ ਦਰਜ ਕੀਤਾ। ਇਹ ਸਭ ਸਾਡੇ ਪਾਪਾਂ ਦੇ ਕਾਰਨ ਹੋਇਆ। ਆਓ ਅਸੀਂ ਅਧਿਆਇ 27 ਉੱਤੇ ਜਾਈਏ। ਅਧਿਆਇ 27 ਵਚਨ 21। ਫਿਰ ਹਾਕਮ ਨੇ ਅੱਗੇ ਉਹਨੂੰ ਆਖਿਆ, ਤੁਸੀਂ ਦੋਹਾਂ ਵਿੱਚੋਂ ਕਿਹਨੂੰ ਚਾਹੁੰਦੇ ਹੋ ਜੋ ਮੈਂ ਤੁਹਾਡੇ ਖਾਤਰ ਛੱਡ ਦਿਆਂ? ਉਹ ਬੋਲੇ, ਬਰੱਬਾ ਨੂੰ। ਪਿਲਾਤੁਸ ਨੇ ਉਹਨਾਂ ਨੂੰ ਕਿਹਾ, ਫਿਰ ਯੀਸ਼ੂ ਨੂੰ ਜਿਹੜਾ ਮਸੀਹ ਕਹਾਉਂਦਾ ਹੈ ਮੈਂ ਕੀ ਕਰਾਂ? ਉਹ ਸਭ ਬੋਲੇ, ਸਲੀਬ ਦਿਓ। ਇਹ ਉਹ ਦ੍ਰਿਸ਼ ਹੈ ਜਦੋਂ ਯੀਸ਼ੂ ਨਾਲ ਇੱਕ ਬੇਰਹਿਮ ਕਾਤਲ ਤੋਂ ਵੀ ਬੁਰਾ ਵਿਵਹਾਰ ਕੀਤਾ ਜਾ ਰਿਹਾ ਸੀ, ਅਤੇ ਭਾਵੇਂ ਯੀਸ਼ੂ ਨਿਰਦੋਸ਼ ਸੀ, ਪਰ ਉਹਨਾਂ ਨੂੰ ਸਲੀਬ ਉੱਤੇ ਚੜਾਇਆ ਗਿਆ। ਸਿੱਧੇ ਸ਼ਬਦਾਂ ਵਿੱਚ ਕਹੀਏ ਤਾਂ ਅਸੀਂ ਇੱਕ ਅਜਿਹਾ ਦ੍ਰਿਸ਼ ਦੇਖ ਰਹੇ ਹਾਂ ਜਿੱਥੇ ਇਹਨਾਂ ਲੋਕਾਂ ਨੇ ਮਾਰਨ ਦੀ ਆਪਣੀ ਪੱਕੀ ਮਰਜ਼ੀ ਅਤੇ ਇੱਛਾ ਪ੍ਰਗਟ ਕੀਤੀ। ਤਦ ਹਾਕਮ ਦੇ ਸਿਪਾਹੀਆਂ ਨੇ ਯੀਸ਼ੂ ਨੂੰ ਦੀਵਾਨਖਾਨੇ ਵਿੱਚ ਲੈ ਜਾ ਕੇ ਸਾਰਾ ਜੱਥਾ ਉਹਦੇ ਕੋਲ ਇਕੱਠਾ ਕੀਤਾ ਅਤੇ ਉਹਦੇ ਕੱਪੜੇ ਲਾ ਕੇ ਕਿਰਮਚੀ ਚੋਗਾ ਉਹਨੂੰ ਪਵਾਇਆ, ਅਤੇ ਉਹਨਾਂ ਨੇ ਕੰਡਿਆਂ ਦਾ ਤਾਜ ਗੁੰਦ ਕੇ ਉਹਦੇ ਸਿਰ ਉੱਤੇ ਰੱਖਿਆ ਅਤੇ ਇੱਕ ਕਾਨਾ ਉਹਦੇ ਸੱਜੇ ਹੱਥ ਵਿੱਚ ਦਿੱਤਾ ਔਰ ਉਹਦੇ ਸਾਹਮਣੇ ਗੋਡੇ ਨਿਵਾਏ ਅਤੇ ਉਹਨੂੰ ਠੱਠਾ ਮਾਰ ਕੇ ਆਖਿਆ, ਹੇ ਯਹੂਦੀਆਂ ਦੇ ਪਾਸ਼ਾ ਨਮਸਕਾਰ। ਅਤੇ ਉਹਨਾਂ ਨੇ ਉਸ ਉੱਤੇ ਥੁੱਕਿਆ ਔਰ ਉਹ ਕਾਨਾ ਲੈ ਕੇ ਉਹਦੇ ਸਿਰ ਉੱਤੇ ਮਾਰਿਆ। ਜਦ ਉਹਨੂੰ ਠੱਠਾ ਕਰ ਹਟੇ ਤਦ ਉਹਨਾਂ ਨੇ ਉਹ ਚੋਗਾ ਉਹਦੇ ਉੱਤੋਂ ਲਾ ਲਿਆ ਔਰ ਉਸੇ ਦੇ ਕੱਪੜੇ ਉਹਨੂੰ ਪਵਾਏ ਅਤੇ ਸਲੀਬ ਉੱਤੇ ਚੜਾਉਣ ਲਈ ਉਹਨੂੰ ਲੈ ਗਏ। ਇਹ ਸਾਰੇ ਦ੍ਰਿਸ਼ ਸਾਨੂੰ ਉਹ ਅਸਹਿਣਸ਼ੀਲ ਅਤੇ ਅਪਮਾਨਜਨਕ ਪਲ ਦਿਖਾਉਂਦੇ ਹਨ ਜੋ ਮਸੀਹ ਨੇ ਝੱਲੇ ਸੀ। ਇਹ ਸਭ ਅਪਮਾਨਜਨਕ ਵਿਵਹਾਰ ਉਹਨਾਂ ਦੁਆਰਾ ਕੀਤੇ ਗਏ ਕਿਸੇ ਕੰਮ ਕਰਕੇ ਨਹੀਂ ਸੀ, ਬਲਕਿ ਇਸ ਕਾਰਨ ਸੀ ਕਿ ਅਸੀਂ ਪਾਪ ਕੀਤਾ ਸੀ। ਇਹ ਉਹ ਗੱਲਾਂ ਹਨ ਜੋ ਸਾਡੇ ਨਾਲ ਹੋਣੀਆਂ ਚਾਹੀਦੀਆਂ ਸੀ। ਪਰਮੇਸ਼ਵਰ ਦੀਆਂ ਸੰਤਾਨਾਂ ਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਉਹ ਸਾਡੇ ਬਜਾਏ ਦੁੱਖ ਦੇ ਇਸ ਰਸਤੇ ਉੱਤੇ ਚੱਲੇ, ਕਿਉਂਕਿ ਅਸੀਂ ਇਸ ਗੱਲ ਨੂੰ ਭੁੱਲ ਜਾਂਦੇ ਹਾਂ। ਫਿਰ ਅਸੀਂ ਅਕਸਰ ਸਿਰਫ ਉਹੀ ਚੀਜ਼ਾਂ ਨੂੰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੋ ਸਾਨੂੰ ਆਰਾਮਦਾਇਕ ਲੱਗਦੀਆਂ ਹਨ ਅਤੇ ਜੋ ਸਾਨੂੰ ਪਸੰਦ ਹਨ ਅਤੇ ਜਿਸ ਦਾ ਅਸੀਂ ਆਨੰਦ ਲੈਂਦੇ ਹਾਂ। ਦੂਸਰਿਆਂ ਲਈ ਕੰਮ ਕਰਨ ਦੇ ਬਜਾਏ ਆਪਣੇ ਵਿਸ਼ਵਾਸ ਦਾ ਜੀਵਨ ਜਿਉਂਦੇ ਹੋਏ ਅਸੀਂ ਆਸਾਨੀ ਨਾਲ ਖੁਦ ਦੀ ਸੰਤੁਸ਼ਟੀ ਅਤੇ ਆਨੰਦ ਦੀ ਖੋਜ ਕਰਦੇ ਹਾਂ। ਇਹਨਾਂ ਗਲਤ ਮਾਰਗਾਂ ਉੱਤੇ ਚੱਲਣ ਤੇ ਅਸੀਂ ਆਪਣੇ ਪਾਪੀ ਸੁਭਾਅ ਦੇ ਅਧੀਨ ਹੋ ਜਾਂਦੇ ਹਾਂ
ਅਤੇ ਉਹ ਕੰਮ ਕਰਦੇ ਹਾਂ ਜਿਨ੍ਹਾਂ ਨਾਲ ਪਰਮੇਸ਼ਵਰ ਖੁਸ਼ ਨਹੀਂ ਹੁੰਦੇ। ਇਹ ਸਭ ਇਸ ਲਈ ਹੈ ਕਿਉਂਕਿ ਅਸੀਂ ਆਪਣਾ ਜੀਵਨ ਸਿਰਫ ਉਹੀ ਕਰਦੇ ਹੋਏ ਜਿਉਣਾ ਚਾਹੁੰਦੇ ਹਾਂ ਜੋ ਸਾਨੂੰ ਪਸੰਦ ਹੈ। ਜੇਕਰ ਅਸੀਂ ਅਜਿਹਾ ਹੀ ਹੋਣ ਦਿੰਦੇ ਹਾਂ ਤਾਂ ਫਿਰ ਸਾਡੇ ਪਾਪਾਂ ਦਾ ਬੋਝ ਕੌਣ ਚੁੱਕੇਗਾ? ਸਾਡੇ ਸਵਰਗੀ ਪਿਤਾ ਅਤੇ ਮਾਤਾ ਜੀ ਨੂੰ ਸਾਡੇ ਪਾਪਾਂ ਦਾ ਬੋਝ ਬਾਰ-ਬਾਰ ਚੁੱਕਣਾ ਪਵੇਗਾ। ਅੱਜ ਸਾਨੂੰ ਇਹਨਾਂ ਮਾਮਲਿਆਂ ਉੱਤੇ ਹੋਰ ਜ਼ਿਆਦਾ ਡੂੰਘਾਈ ਨਾਲ ਵਿਚਾਰ ਕਰਨਾ ਚਾਹੀਦਾ ਹੈ। ਸਾਨੂੰ ਇਹ ਕਹਿੰਦੇ ਹੋਏ ਪੱਕਾ ਸੰਕਲਪ ਨਿਰਧਾਰਿਤ ਕਰਨਾ ਚਾਹੀਦਾ ਹੈ ਕਿ ਅਸੀਂ ਆਪਣੇ ਆਪ ਨੂੰ ਕਦੇ ਵੀ ਪਾਪ ਵਿੱਚ ਫਸਣ ਨਹੀਂ ਦਿਆਂਗੇ ਅਤੇ ਨਾ ਹੀ ਪਾਪ ਦੀ ਗੁਲਾਮੀ ਦੇ ਅਧੀਨ ਹੋਵਾਂਗੇ। ਇਸੇ ਕਾਰਨ ਰਸੂਲ ਪੌਲੁਸ ਨੇ ਆਪਣੇ ਜੀਵਨ ਨੂੰ ਮਸੀਹ ਦੇ ਰਸਤੇ ਉੱਤੇ ਚੱਲਣ ਵਾਲੇ ਦੁੱਖ ਦੇ ਜੀਵਨ ਦੇ ਰੂਪ ਵਿੱਚ ਵਰਣਿਤ ਕੀਤਾ। ਹੁਣ ਆਓ ਅਸੀਂ ਰੋਮੀਓ ਦੀ ਕਿਤਾਬ ਅਧਿਆਇ 8 ਉੱਤੇ ਇੱਕ ਨਜ਼ਰ ਪਾਈਏ। ਅਧਿਆਇ 8 ਵਚਨ 16। ਉਹ ਆਤਮਾ ਆਪ ਸਾਡੇ ਆਤਮਾ ਦੇ ਨਾਲ ਸਾਖੀ ਦਿੰਦਾ ਹੈ ਭਈ ਅਸੀਂ ਪਰਮੇਸ਼ਵਰ ਦੇ ਬਾਲਕ ਹਾਂ, ਅਤੇ ਜੇ ਬਾਲਕ ਹਾਂ ਤਾਂ ਅਧਿਕਾਰੀ ਵੀ ਹਾਂ, ਪਰਮੇਸ਼ਵਰ ਦੇ ਅਧਿਕਾਰੀ ਅਤੇ ਮਸੀਹ ਦੇ ਨਾਲ ਸਾਂਝੇ ਅਧਿਕਾਰੀ। ਪਰ ਤਦੇ ਜੇ ਅਸੀਂ ਉਹਦੇ ਨਾਲ ਦੁੱਖ ਝੱਲੀਏ ਭਈ ਉਹਦੇ ਨਾਲ ਅਸੀਂ ਵਡਿਆਏ ਜਾਈਏ। ਮੇਰੀ ਸਮਝ ਵਿੱਚ ਇਸ ਵਰਤਮਾਨ ਸਮੇਂ ਦੇ ਦੁੱਖ ਉਸ ਪ੍ਰਤਾਪ ਨਾਲ ਜੋ ਸਾਡੀ ਵੱਲ ਪ੍ਰਕਾਸ਼ ਹੋਣ ਵਾਲਾ ਹੈ ਮਿਚਾਉਣ ਦੇ ਯੋਗ ਨਹੀਂ। ਪਰਮੇਸ਼ਵਰ ਦੇ ਪਵਿੱਤਰ ਆਤਮਾ ਤੋਂ ਰਸੂਲ ਪੌਲੁਸ ਨੇ ਇੱਕ ਅਜਿਹਾ ਜੀਵਨ ਸਵੀਕਾਰ ਕੀਤਾ ਜੋ ਮਸੀਹ ਦੇ ਰਸਤੇ ਦਾ ਪਾਲਣ ਕਰਦਾ ਹੈ। ਉਸ ਨੇ ਪਹਿਲੇ ਚਰਚ ਦੇ ਸਾਰੇ ਸੰਤਾਂ ਨੂੰ ਅਤੇ ਨਾਲ ਹੀ ਅੱਜ ਸਾਨੂੰ ਵੀ ਇਹਨਾਂ ਸ਼ਬਦਾਂ ਨਾਲ ਸਿਖਾਇਆ, ਅਸੀਂ ਪਰਮੇਸ਼ਵਰ ਦੇ ਅਧਿਕਾਰੀ ਅਤੇ ਮਸੀਹ ਦੇ ਨਾਲ ਸਾਂਝੇ ਅਧਿਕਾਰੀ, ਪਰ ਤਦੇ ਜੇ ਅਸੀਂ ਉਹਦੇ ਨਾਲ ਦੁੱਖ ਝੱਲੀਏ ਭਾਈ ਉਹਦੇ ਨਾਲ ਅਸੀਂ ਵਡਿਆਏ ਜਾਈਏ। ਇੱਥੇ ਦੁੱਖ ਆਪਣੇ ਪਾਪ ਦੇ ਕਾਰਨ ਹੋਣ ਵਾਲੇ ਦੁੱਖ ਨੂੰ ਨਹੀਂ ਦਰਸਾਉਂਦਾ। ਮਸੀਹ ਦਾ ਦੁੱਖ ਉਹ ਪੀੜਾ ਅਤੇ ਦੁੱਖ ਸੀ ਜਿਸ ਨੂੰ ਉਹਨਾਂ ਨੇ ਸਾਡੇ ਬਦਲੇ ਸਹਿਣ ਕੀਤਾ, ਭਾਵੇਂ ਉਹ ਬੇਕਸੂਰ ਸੀ। ਉਹ ਸਾਡੀ ਮੁਕਤੀ ਲਈ ਸੀ। ਫਿਰ ਸਾਨੂੰ ਵੀ ਸਿਯੋਨ ਦੇ ਸਾਡੇ ਭਰਾਵਾਂ ਅਤੇ ਭੈਣਾਂ ਨੂੰ ਅਤੇ ਆਪਣੇ ਆਲੇ ਦੁਆਲੇ ਦੇ ਹੋਰ ਲੋਕਾਂ ਨੂੰ ਖੁਸ਼ੀ ਦੇਣ ਵਿੱਚ ਸਫਲ ਹੋਣਾ ਚਾਹੀਦਾ ਹੈ, ਠੀਕ ਜਿਵੇਂ ਅਬਰਾਹਮ ਨੇ ਕੀਤਾ ਜਦੋਂ ਉਸਨੇ ਆਪਣੇ ਭਤੀਜੇ ਲੂਤ ਨੂੰ ਕਿਹਾ, ਜੇਕਰ ਤੂੰ ਖੱਬੇ ਪਾਸੇ ਜਾਵੇਂ ਮੈਂ ਸੱਜੇ ਪਾਸੇ ਜਾਵਾਂਗਾ, ਜੇ ਤੂੰ ਸੱਜੇ ਪਾਸੇ ਜਾਵੇਂ ਤਾਂ ਮੈਂ ਖੱਬੇ ਪਾਸੇ ਜਾਵਾਂਗਾ। ਉਸ ਦੇ ਚਾਚੇ ਦੇ ਰੂਪ ਵਿੱਚ ਪਹਿਲਾਂ ਅਬਰਾਹਮ ਕੋਲ ਉਹ ਸਭ ਕੁਝ ਲੈਣ ਦਾ ਅਧਿਕਾਰ ਸੀ ਜੋ ਉਹ ਚਾਹੁੰਦਾ ਸੀ, ਪਰ ਉਸਨੇ ਆਪਣੇ ਭਤੀਜੇ ਨੂੰ ਇਜਾਜ਼ਤ ਦਿੱਤੀ ਅਤੇ ਉਸ ਨੂੰ ਪਹਿਲਾਂ ਚੁਣਨ ਦਿੱਤਾ। ਭਰਾਵੋ ਅਤੇ ਭੈਣੋ, ਬਾਈਬਲ ਵਿੱਚ ਲਿਖੇ ਗਏ ਅਤੀਤ ਦੇ ਇਹਨਾਂ ਸਾਰੇ ਦ੍ਰਿਸ਼ਾਂ ਨੂੰ ਦੇਖ ਕੇ ਅਸੀਂ ਉਹਨਾਂ ਲੋਕਾਂ ਦੀ ਇੱਕ ਝਲਕ ਪਾ ਸਕਦੇ ਹਾਂ ਜਿਨ੍ਹਾਂ ਕੋਲ ਇੱਕ ਨਿਆਣੇ ਦਾ ਵਿਸ਼ਵਾਸ ਸੀ ਅਤੇ ਜਿਨ੍ਹਾਂ ਕੋਲ ਸਿਆਣਾ ਵਿਸ਼ਵਾਸ ਸੀ। ਬੀਜ ਬੀਜਣ ਵਾਲੇ ਕਿਸਾਨ ਦਾ ਮੁੱਖ ਉਦੇਸ਼ ਇਸ ਨੂੰ ਵਧਣ ਦੇਣਾ ਅਤੇ ਪਤਝੜ ਦੇ ਮੌਸਮ ਵਿੱਚ ਫਸਲ ਪੈਦਾ ਕਰਨਾ ਹੈ। ਇਸ ਦੀ ਤੁਲਨਾ ਆਤਮਿਕ ਖੇਤੀ ਨਾਲ ਕਰੀਏ ਤਾਂ ਪਰਮੇਸ਼ਵਰ ਚਾਹੁੰਦੇ ਹਨ ਕਿ ਅਸੀਂ ਸਾਰੇ ਜਲਦੀ ਸਿਆਣੇ ਬਣੀਏ। ਉਹ ਚਾਹੁੰਦੇ ਹਨ ਕਿ ਫਸਲ ਜਲਦੀ ਤੋਂ ਜਲਦੀ ਪੱਕ ਜਾਵੇ। ਉਹ ਨਹੀਂ ਚਾਹੁੰਦੇ ਕਿ ਅਸੀਂ ਉਹਨਾਂ ਲੋਕਾਂ ਦੇ ਰੂਪ ਵਿੱਚ ਬਣੇ ਰਹੀਏ ਜੋ ਇੱਕ ਛੋਟੇ ਜਿਹੇ ਪੁੰਗਰਦੇ ਹੋਏ ਵਿਸ਼ਵਾਸ ਵਾਂਗ ਹਨ। ਪਰਮੇਸ਼ਵਰ ਚਾਹੁੰਦੇ ਹਨ ਕਿ ਸਾਡਾ ਵਿਸ਼ਵਾਸ ਵੱਧ ਕੇ ਸਿਆਣਾ ਬਣੇ। ਫਿਰ ਵੀ ਬਹੁਤਿਆਂ ਦਾ ਵਿਸ਼ਵਾਸ ਅਜੇ ਵੀ ਇੱਕ ਬਾਲਕ ਵਾਂਗ ਹੈ। ਸਾਡੇ ਵਿੱਚੋਂ ਕੁਝ ਸਿਆਣੇ ਨਹੀਂ ਬਣਨਾ ਚਾਹੁੰਦੇ ਅਤੇ ਵੱਡੇ ਨਹੀਂ ਹੋਣਾ ਚਾਹੁੰਦੇ। ਫਿਰ ਸਾਡੇ ਗਲਤ ਕੰਮਾਂ ਦਾ ਪਰਿਣਾਮ ਕੀ ਹੋਵੇਗਾ? ਸਾਨੂੰ ਸਾਰਿਆਂ ਨੂੰ ਵਿਕਸਿਤ ਹੋਣਾ ਅਤੇ ਸਿਆਣੇ ਹੋਣਾ ਚਾਹੀਦਾ ਹੈ। ਮਸੀਹ ਜਿਸ ਦੁੱਖ ਦੇ ਰਸਤੇ ਉੱਤੇ ਚੱਲੇ, ਉਸ ਰਸਤੇ ਉੱਤੇ ਚੱਲਦੇ ਹੋਏ ਸਿਰਫ ਖੁਦ ਦੀਆਂ ਭਾਵਨਾਵਾਂ ਅਤੇ ਖੁਸ਼ੀ ਨੂੰ ਸੰਤੁਸ਼ਟ ਕਰਨ ਦੀ ਕੋਸ਼ਿਸ਼ ਕਰਨ ਦੇ ਬਜਾਏ ਸਾਨੂੰ ਹਮੇਸ਼ਾ ਇਹ ਸੋਚਦੇ ਹੋਏ ਵਿਸ਼ਵਾਸ ਦਾ ਜੀਵਨ ਜਿਉਣਾ ਚਾਹੀਦਾ ਹੈ, ਮੈਨੂੰ ਪਰਮੇਸ਼ਵਰ ਲਈ ਅਤੇ ਪਰਮੇਸ਼ਵਰ ਦੇ ਸਾਰੇ ਸੰਤਾਂ ਲਈ ਕੀ ਕਰਨਾ ਚਾਹੀਦਾ ਹੈ। ਕਿਉਂਕਿ ਰਸੂਲ ਪੌਲੁਸ ਨੇ ਇਸ ਨੂੰ ਸਮਝਿਆ, ਤਦ ਉਸਨੇ ਕਿਹਾ, ਕੌਣ ਮੈਨੂੰ ਮਸੀਹ ਦੇ ਪਿਆਰ ਤੋਂ ਜੋ ਉਹਨਾਂ ਨੇ ਮੈਨੂੰ ਦਿੱਤਾ ਹੈ ਵੱਖ ਕਰ ਸਕੇਗਾ? ਕਿ ਉਸਨੇ ਵੀ ਸੰਕਲਪ ਬਣਾ ਕੇ ਮਸੀਹ ਵਾਂਗ ਬਣਨ ਅਤੇ ਉਹਨਾਂ ਵਾਂਗ ਜੀਵਨ ਜਿਉਣ ਦਾ ਵਿਸ਼ਵਾਸ ਨਹੀਂ ਕੀਤਾ ਸੀ। ਆਓ ਅਸੀਂ ਰੋਮੀਓ ਅਧਿਆਇ 8 ਦੇ ਵਚਨਾਂ ਦੁਆਰਾ ਪਰਮੇਸ਼ਵਰ ਦੀ ਇੱਛਾ ਨੂੰ ਸਿੱਖਣਾ ਜਾਰੀ ਰੱਖੀਏ। ਅਧਿਆਇ 8 ਵਚਨ 35। ਕੌਣ ਸਾਨੂੰ ਮਸੀਹ ਦੇ ਪ੍ਰੇਮ ਤੋਂ ਅੱਡ ਕਰੇਗਾ? ਕੀ ਬਿਪਤਾ ਜਾਂ ਕਸ਼ਟ ਜਾਂ ਅਨੇਰ ਜਾਂ ਕਾਲ ਜਾਂ ਨੰਗ ਜਾਂ ਭੋਜਨ ਜਾਂ ਤਲਵਾਰ? ਜਿਵੇਂ ਲਿਖਿਆ ਹੋਇਆ ਹੈ, ਅਸੀਂ ਤੇਰੇ ਲਈ ਦਿਨ ਭਰ ਜਾਨੋਂ ਮਾਰੇ ਜਾਂਦੇ ਹਾਂ, ਅਸੀਂ ਕੋਈਆਂ ਜਾਣ ਵਾਲੀਆਂ ਭੇਡਾਂ ਦੇ ਤੁੱਲ ਗਿਣੇ ਜਾਂਦੇ ਹਾਂ। ਸਗੋਂ ਇਹਨਾਂ ਸਭਨਾਂ ਗੱਲਾਂ ਵਿੱਚ ਉਹਦੇ ਦੁਆਰਾ ਜਿਹਨੇ ਸਾਡੇ ਨਾਲ ਪ੍ਰੇਮ ਕੀਤਾ ਸੀ ਅਸੀਂ ਹੱਦੋਂ ਵੱਧ ਫਤਿਹ ਪਾਉਂਦੇ ਹਾਂ। ਕਿਉਂ ਜੋ ਮੈਨੂੰ ਪ੍ਰਤੀਤ ਹੈ ਭਈ ਨਾ ਮੌਤ, ਨਾ ਜੀਵਨ, ਨਾ ਦੂਤ, ਨਾ ਹਕੂਮਤਾਂ, ਨਾ ਵਰਤਮਾਨ ਵਸਤਾਂ, ਨਾ ਹੋਣ ਵਾਲੀਆਂ ਵਸਤਾਂ, ਨਾ ਸ਼ਕਤੀਆਂ, ਨਾ ਉਚਾਈਆਂ, ਨਾ ਡੂੰਘਾਈਆਂ, ਨਾ ਕੋਈ ਹੋਰ ਸ੍ਰਿਸ਼ਟੀ ਪਰਮੇਸ਼ਵਰ ਦੇ ਉਸ ਪ੍ਰੇਮ ਤੋਂ ਜਿਹੜਾ ਮਸੀਹ ਯੀਸ਼ੂ ਸਾਡੇ ਪ੍ਰਭੂ ਵਿੱਚ ਹੈ ਸਾਨੂੰ ਅੱਡ ਕਰ ਸਕੇਗੀ। ਰਸੂਲ ਪੌਲੁਸ ਨੇ ਪਰਮੇਸ਼ਵਰ ਦੇ ਸਦੀਪਕ ਸੱਚੇ ਅਤੇ ਪਵਿੱਤਰ ਪਿਆਰ ਨੂੰ ਪੂਰੀ ਤਰ੍ਹਾਂ ਸਮਝਿਆ ਸੀ।
ਉਸ ਨੇ ਇਸ ਕਾਰਨ ਨੂੰ ਮਹਿਸੂਸ ਕੀਤਾ ਕਿ ਮਸੀਹ ਨੂੰ ਭਾਵੇਂ ਉਹ ਸਰਵ ਸ਼ਕਤੀਮਾਨ ਪਰਮੇਸ਼ਵਰ ਸੀ, ਸਲੀਬ ਉੱਤੇ ਚੜਾਇਆ ਗਿਆ ਸੀ ਅਤੇ ਉਹਨਾਂ ਨੇ ਚੁੱਪਚਾਪ ਆਪਣੀ ਰਚਨਾ ਵਿੱਚੋਂ ਸਭ ਤਰ੍ਹਾਂ ਦੇ ਮਖੌਲ ਅਤੇ ਨਿੰਦਿਆਂ ਕਿਉਂ ਸਹਿਣ ਕੀਤਾ। ਰਸੂਲ ਪੌਲੁਸ ਨੇ ਆਖਰਕਾਰ ਇਹ ਮਹਿਸੂਸ ਕੀਤਾ ਕਿ ਜੇਕਰ ਪਰਮੇਸ਼ਵਰ ਕੋਲ ਅਜਿਹੀ ਮੁਸ਼ਕਿਲ ਉੱਤੇ ਜਿੱਤ ਪਾਉਣ ਲਈ ਸਰਵ ਸ਼ਕਤੀਮਾਨ ਸਮਰੱਥ ਅਤੇ ਸ਼ਕਤੀ ਹੈ, ਫਿਰ ਵੀ ਉਹਨਾਂ ਨੇ ਇਹ ਸਭ ਬਸ ਸਾਡੇ ਲਈ ਸਹਿਣ ਕੀਤਾ। ਇਹ ਮਹਿਸੂਸ ਕਰਦੇ ਹੋਏ ਜਦੋਂ ਉਸ ਨੇ ਵੀ 39 ਕੋੜੇ ਖਾਧੇ, ਤਦ ਉਸ ਨੇ ਇਸ ਨੂੰ ਕੁਝ ਦਰਦਨਾਕ ਨਹੀਂ ਮੰਨਿਆ। ਉਹ ਮਸੀਹ ਬਾਰੇ ਪ੍ਰਚਾਰ ਕਰਦੇ ਹੋਏ ਕੈਦ ਹੋਣ ਤੋਂ ਨਹੀਂ ਡਰਿਆ। ਉਹ ਸਿਰਫ ਖੁਦ ਉੱਤੇ ਧਿਆਨ ਕੇਂਦਰਿਤ ਕਰਨ ਵਾਲੇ ਜੀਵਨ ਤੋਂ ਮੁਕਤ ਹੋਇਆ ਸੀ। ਇਸ ਦੁਨੀਆ ਦੀ ਕੋਈ ਵੀ ਚੀਜ਼ ਉਸ ਨੂੰ ਸੀਮਾ ਵਿੱਚ ਨਹੀਂ ਬੰਨ੍ਹ ਸਕਦੀ ਸੀ। ਆਪਣੀ ਖੁਦ ਦੀ ਸੰਤੁਸ਼ਟੀ ਲਈ ਜਿਉਣ ਦੇ ਬਜਾਏ ਉਸ ਨੇ ਆਪਣੇ ਵਿਸ਼ਵਾਸ ਨੂੰ ਉਸ ਪੱਧਰ ਤੱਕ ਵਧਾਇਆ ਜਿੱਥੇ ਉਹ ਸਮਝ ਸਕਿਆ ਕਿ ਕਿਵੇਂ ਚੰਗੀ ਤਰ੍ਹਾਂ ਮਸੀਹ ਦੀ ਸੇਵਾ ਕਰਨੀ ਹੈ। ਉਹ ਆਪਣੇ ਲਈ ਨਹੀਂ ਬਲਕਿ ਪਰਮੇਸ਼ਵਰ ਲਈ ਜਿਉਂਦਾ ਸੀ। ਅੱਜ ਸਾਨੂੰ ਪਤੀਰੀ ਰੋਟੀ ਦਾ ਪਵਿੱਤਰ ਪਰਬ ਮਨਾਉਂਦੇ ਹੋਏ ਉਸ ਵਿਸ਼ਵਾਸ ਨੂੰ ਯਾਦ ਕਰਨਾ ਚਾਹੀਦਾ ਹੈ। ਪਤੀਰੀ ਰੋਟੀ ਦਾ ਪਰਬ ਸਿਰਫ ਇਸ ਲਈ ਨਹੀਂ ਮਨਾਇਆ ਜਾਂਦਾ ਕਿਉਂਕਿ ਅਸੀਂ ਸਿਰਫ ਆਰਾਧਨਾ ਵਿੱਚ ਸ਼ਾਮਿਲ ਹੁੰਦੇ ਹਾਂ। ਇਹ ਪਰਬ ਨੂੰ ਸਹੀ ਤਰ੍ਹਾਂ ਮਨਾਉਣ ਲਈ ਸਾਨੂੰ ਰਸੂਲ ਪੌਲੁਸ ਵਾਂਗ ਵਿਸ਼ਵਾਸ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਸਨੇ ਆਤਮ ਵਿਸ਼ਵਾਸ ਨਾਲ ਕਿਹਾ, ਕੌਣ ਸਾਨੂੰ ਮਸੀਹ ਦੇ ਪਿਆਰ ਤੋਂ ਵੱਖ ਕਰ ਸਕੇਗਾ। ਰਸੂਲ ਪੌਲੁਸ ਨੇ ਆਪਣੇ ਜੀਵਨ ਵਿੱਚ ਹਰ ਤਰ੍ਹਾਂ ਉਸ ਚੀਜ਼ ਨੂੰ ਤਿਆਗ ਦਿੱਤਾ ਜਿਸ ਦਾ ਉਸਨੇ ਆਨੰਦ ਲਿਆ ਸੀ। ਉਸਨੇ ਅਜਿਹੀ ਕਿਸੇ ਵੀ ਚੀਜ਼ ਨੂੰ ਕੱਢ ਦਿੱਤਾ ਜੋ ਥੋੜੀ ਜਿਹੀ ਵੀ ਪਰਮੇਸ਼ਵਰ ਦੇ ਵਿਰੁੱਧ ਹੋ ਸਕਦੀ ਸੀ। ਕਿਉਂਕਿ ਉਸਨੇ ਇਸ ਤਰ੍ਹਾਂ ਇੱਕ ਸੋਹਣਾ ਜੀਵਨ ਬਿਤਾਇਆ ਤਾਂ ਉਹ ਭੌਤਿਕਵਾਦੀ ਚੀਜ਼ਾਂ ਅਤੇ ਸੰਸਾਰਿਕ ਇੱਛਾਵਾਂ ਨੂੰ ਛੱਡ ਕੇ ਪਰਮੇਸ਼ਵਰ ਦੇ ਨੇੜੇ ਆਉਣ ਵਿੱਚ ਕਾਬਲ ਸੀ। ਇਸ ਲਈ ਉਸਨੇ ਕਿਹਾ, ਹੁਣ ਮੈਂ ਜਿਉਂਦਾ ਨਾ ਰਿਹਾ ਪਰ ਮਸੀਹ ਮੇਰੇ ਵਿੱਚ ਜਿਉਂਦੇ ਹਨ। ਕਿ ਉਸਨੇ ਪੂਰੀ ਤਰ੍ਹਾਂ ਅਜਿਹਾ ਜੀਵਨ ਨਹੀਂ ਗੁਜ਼ਾਰਿਆ ਜੋ ਮਸੀਹ ਨੂੰ ਖੁਸ਼ ਕਰਦਾ ਹੈ। ਅਜਿਹੇ ਕੰਮਾਂ ਦਾ ਅੰਤਮ ਪਰਿਣਾਮ ਕੀ ਸੀ? ਉਹ ਇਹ ਕਹਿਣ ਵਿੱਚ ਕਾਬਲ ਸੀ, ਹੁਣ ਮੇਰੇ ਲਈ ਧਰਮ ਦਾ ਮੁਕੁਟ ਰੱਖਿਆ ਹੋਇਆ ਹੈ। ਭਰਾਵੋ ਅਤੇ ਭੈਣੋ, ਸਾਨੂੰ ਨਵੇਂ ਨੇਮ ਨੂੰ ਕਿਸੇ ਨਿਸ਼ਚਿਤ ਪਰਬ ਵਿੱਚ ਜਾਂ ਕਿਸੇ ਨਿਯੁਕਤ ਦਿਨ ਉੱਤੇ ਆਰਾਧਨਾ ਵਿੱਚ ਸ਼ਾਮਿਲ ਹੋਣ ਦਾ ਮਾਮਲਾ ਨਹੀਂ ਮੰਨਣਾ ਚਾਹੀਦਾ। ਸਾਨੂੰ ਆਪਣੇ ਆਪ ਨੂੰ ਪੁੱਛਣਾ ਚਾਹੀਦਾ ਹੈ, ਇਸ ਪਰਬ ਦੁਆਰਾ ਪਰਮੇਸ਼ਵਰ ਮੈਨੂੰ ਕੀ ਕਹਿਣਾ ਚਾਹੁੰਦੇ ਹਨ ਅਤੇ ਉਹ ਮੈਨੂੰ ਕਿਸ ਪ੍ਰਕਾਰ ਦਾ ਵਿਅਕਤੀ ਬਣਾਉਣਾ ਚਾਹੁੰਦੇ ਹਨ। ਸਾਨੂੰ ਸਾਰਿਆਂ ਨੂੰ ਇਹਨਾਂ ਸਵਾਲਾਂ ਉੱਤੇ ਵਿਚਾਰ ਕਰਨ ਵਿੱਚ ਕਾਬਲ ਹੋਣਾ ਚਾਹੀਦਾ ਹੈ। ਇਹਨਾਂ ਸ਼ਬਦਾਂ ਨੂੰ ਸਮਝਦੇ ਹੋਏ ਜਿਸ ਤੇ ਸਾਡੀ ਸਵਰਗੀ ਮਾਤਾ ਜੀ ਹਮੇਸ਼ਾ ਜ਼ੋਰ ਦਿੰਦੇ ਹਨ ਕਿ ਸਾਡੀ ਖੁਸ਼ਖਬਰੀ ਚੰਗਾ ਦੁੱਖ ਹੈ। ਆਓ ਅਸੀਂ ਹਮੇਸ਼ਾ ਯਾਦ ਰੱਖੀਏ ਕਿ ਖੁਸ਼ਖਬਰੀ ਦਾ ਕੰਮ ਅਸਲ ਵਿੱਚ ਇੱਕ ਚੰਗਾ ਦੁੱਖ ਹੈ, ਕਿਉਂਕਿ ਇਹ ਸਾਡੇ ਆਨੰਦ ਲਈ ਨਹੀਂ ਹੈ। ਫਿਰ ਇਹ ਕਈ ਵਾਰ ਸਾਡੇ ਲਈ ਦਰਦਨਾਕ ਅਤੇ ਮੁਸ਼ਕਲ ਹੋ ਸਕਦਾ ਹੈ। ਹਾਲਾਂਕਿ ਸਾਡੇ ਪਰਮੇਸ਼ਵਰ ਦੀ ਵਡਿਆਈ ਕਰਨ ਲਈ ਅਤੇ ਦੂਜਿਆਂ ਦੀ ਖਾਤਰ ਸਾਰੇ ਦੁੱਖ ਝੱਲਣੇ ਚਾਹੀਦੇ ਹਨ ਤਾਂ ਜੋ ਅਸੀਂ ਆਪਣੇ ਗੁਆਂਢੀਆਂ ਅਤੇ ਆਪਣੇ ਭਰਾਵਾਂ ਅਤੇ ਭੈਣਾਂ ਨੂੰ ਸ਼ਾਂਤੀ ਦੇ ਸਕੀਏ। ਇਹ ਕਿਹਾ ਜਾ ਸਕਦਾ ਹੈ ਕਿ ਇਹ ਚੰਗਾ ਦੁੱਖ ਹੈ ਜੋ ਅਸੀਂ ਮਸੀਹ ਦੀ ਖੁਸ਼ਖਬਰੀ ਦੇ ਸੈਨਿਕਾਂ ਦੇ ਰੂਪ ਵਿੱਚ ਪ੍ਰਾਪਤ ਕਰਦੇ ਹਾਂ। ਪਿਤਾ ਜੀ ਸਭ ਤੋਂ ਪਹਿਲਾਂ ਦੁੱਖ ਦੇ ਰਾਹ ਉੱਤੇ ਚੱਲੇ ਅਤੇ ਸਾਡੀ ਮਾਤਾ ਜੀ ਅੱਜ ਵੀ ਉਸ ਰਾਹ ਉੱਤੇ ਚੱਲ ਰਹੀ ਹੈ। ਹੁਣ ਸਾਡੀ ਵਾਰੀ ਹੈ ਕਿ ਸਾਨੂੰ ਪਿਤਾ ਅਤੇ ਮਾਤਾ ਜੀ ਦੇ ਨਕਸ਼ੇ ਕਦਮਾਂ ਉੱਤੇ ਚੱਲਣਾ ਹੈ। ਸਾਨੂੰ ਜਿਨ੍ਹਾਂ ਨੇ ਪਹਿਲਾਂ ਖੁਸ਼ਖਬਰੀ ਪ੍ਰਾਪਤ ਕੀਤੀ ਹੈ, ਖੁਸ਼ਖਬਰੀ ਲਈ ਕਿਸੇ ਵੀ ਪ੍ਰਕਾਰ ਦੇ ਦੁੱਖ ਨੂੰ ਸਹਿਣ ਕਰਨ ਵਿੱਚ ਸਫਲ ਹੋਣਾ ਚਾਹੀਦਾ ਹੈ ਤਾਂ ਜੋ ਅਸੀਂ ਵੀ ਰਸੂਲ ਪੌਲੁਸ ਦੇ ਵਿਸ਼ਵਾਸ ਦੇ ਪੱਧਰ ਤੱਕ ਪਹੁੰਚ ਸਕੀਏ ਜਿਨ੍ਹਾਂ ਨੇ ਕਿਹਾ, ਹੁਣ ਸਿਰਫ ਮਸੀਹ ਮੇਰੇ ਵਿੱਚ ਜਿਉਂਦੇ ਹਨ। ਇਹ ਆਸ ਕਰਦੇ ਹੋਏ ਕਿ ਅਸੀਂ ਖੁਸ਼ੀ ਨਾਲ ਮਸੀਹ ਦੇ ਦੁੱਖਾਂ ਵਿੱਚ ਭਾਗੀ ਹੋ ਸਕਾਂਗੇ, ਮੈਂ ਅੱਜ ਦਾ ਉਪਦੇਸ਼ ਸਮਾਪਤ ਕਰਨਾ ਚਾਹਾਂਗਾ। ਤੁਹਾਡਾ ਬਹੁਤ ਬਹੁਤ ਧੰਨਵਾਦ।